ਸਵਾਗਤ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਹਾਂ ਸ਼ੁਕਰਗੁਜ਼ਾਰ ਸਿੰਘ। ਦੋਸਤੋ, ਕਹਿੰਦੇ ਨੇ ਕਿ ਸਵਾਮੀ ਵਿਵੇਕਾਨੰਦ ਜੀ ਇੱਕ ਵਾਰੀ ਕਿਸੇ ਸਕੂਲ ਦੇ ਵਿੱਚ ਕੋਈ ਲੈਕਚਰ ਦੇਣ ਗਏ ਸਨ ਤਾਂ ਉੱਥੋਂ ਦੇ ਸਟਾਫ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਸ ਵਿਸ਼ੇ ਦੇ ਉੱਤੇ ਲੈਕਚਰ ਦਿਓਗੇ, ਮੈਥ ਦੇ ਉੱਤੇ ਦਿਓਗੇ, ਫਿਜ਼ਿਕਸ ਦੇ ਉੱਤੇ ਦਿਓਗੇ, ਸਾਇੰਸ ਦੇ ਕਿਸੇ ਹੋਰ ਸਬਜੈਕਟ ਦੇ ਉੱਤੇ ਲੈਕਚਰ ਦਿਓਗੇ। ਤਾਂ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ ਕਿ ਕੀ ਤੁਹਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਨਹੀਂ ਪੜ੍ਹਾਇਆ ਜਾਂਦਾ? ਮੈਂ ਤਾਂ ਉਸ ਵਿਸ਼ੇ ਦੇ ਉੱਤੇ ਅੱਜ ਲੈਕਚਰ ਦੇਣ ਆਇਆ ਹਾਂ। ਅਤੇ ਉਸ ਸਮੇਂ ਉਸ ਹਾਲ ਦੇ ਵਿੱਚ ਇੱਕਦਮ ਸੁੰਨਸਾਨ ਹੋ ਗਈ। ਤਾਂ ਫਿਰ ਸਵਾਮੀ ਜੀ ਨੇ ਸਾਰਿਆਂ ਨੂੰ ਦੱਸਿਆ ਕਿ ਇਹ ਨੈਤਿਕ ਕਦਰਾਂ ਕੀਮਤਾਂ ਹੀ ਹਨ ਜੋ ਸਾਡੇ ਬਚਪਨ ਨੂੰ ਜਵਾਨ ਬਣਾਉਂਦੀਆਂ ਨੇ ਅਤੇ ਫਿਰ ਉਸ ਤੋਂ ਬਾਅਦ ਬੁਢਾਪੇ ਤੱਕ ਦਾ ਸਫ਼ਰ ਬਹੁਤ ਵਧੀਆ ਨਿਕਲਦਾ ਹੈ। ਵਾਕਈ ਦੋਸਤੋ, ਜ਼ਿੰਦਗੀ ਦੇ ਵਿੱਚ 3 ਪੜਾਅ ਨੇ: ਬਚਪਨ, ਜਵਾਨੀ, ਬੁਢਾਪਾ। ਜੇ ਬਚਪਨ ਚੰਗਾ ਹੋਵੇਗਾ ਤਾਂ ਜਵਾਨੀ ਆਪੇ ਹੀ ਵਧੀਆ ਰਾਹ ਦੇ ਉੱਤੇ ਚੱਲਦੀ ਹੋਈ ਬੁਢਾਪੇ ਨੂੰ ਸੁੱਖ ਦੇਵੇਗੀ। ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ ਹੈ। ਬੱਚਿਆਂ ਦੇ ਵਿੱਚ ਨੈਤਿਕ ਕਦਰਾਂ ਦਾ ਕਿਵੇਂ ਸੰਚਾਰ ਹੋਣਾ ਚਾਹੀਦਾ ਹੈ, ਕੀ ਕਾਰਨ ਹੈ ਕਿ ਇਹ ਸੰਚਾਰ ਨਹੀਂ ਹੋ ਰਿਹਾ, ਕੀ ਕਾਰਨ ਹੈ ਕਿ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਸਹੀ ਢੰਗ ਦਾ ਨਹੀਂ ਪਤਾ ਲੱਗ ਰਿਹਾ। ਬੱਚਿਆਂ ਨੂੰ ਦੱਸਾਂਗੇ, ਜਵਾਨੀ ਵਧੀਆ ਹੋਏਗੀ। ਜਵਾਨੀ ਜਦੋਂ ਵਧੀਆ ਹੋਏਗੀ ਤਾਂ ਬੁਢਾਪਾ ਆਪੇ ਹੀ ਸੁਖਨ ਭਰਪੂਰ ਹੋ ਜਾਵੇਗਾ। ਅੱਜ ਅਸੀਂ ਆਪਣੇ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਵੀ ਇਹੀ ਵਿਸ਼ਾ ਲੈ ਕੇ ਆਏ ਹਾਂ ਕਿ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਿਵੇਂ ਕਰੀਏ। ਮੇਰੇ ਨਾਲ ਸਟੂਡੀਓ ਵਿੱਚ ਨੇ ਸ਼੍ਰੀ ਬਲਜਿੰਦਰ ਮਾਨ ਜੀ, ਜੋ ਕਿ ਸ਼੍ਰੋਮਣੀ ਬਾਲ ਸਾਹਿਤਕਾਰ ਨੇ। ਬਹੁਤ ਬਹੁਤ ਸਵਾਗਤ ਸਰ। ਸ਼ੁਕਰਗੁਜ਼ਾਰ ਸਿੰਘ ਜੀ। ਸਭ ਤੋਂ ਪਹਿਲਾਂ ਦੂਰਦਰਸ਼ਨ ਦਾ ਬਹੁਤ ਬਹੁਤ ਧੰਨਵਾਦ। ਜਦੋਂ ਤੁਸੀਂ ਗੱਲਬਾਤ ਕਰਦੇ ਆ ਬਹੁਤ ਅਹਿਮ ਵਿਸ਼ਿਆਂ 'ਤੇ ਗੱਲ ਹੁੰਦੀ ਹੈ ਅਤੇ ਅੱਜ ਵੀ ਤੁਸੀਂ ਖਾਸ ਤੌਰ 'ਤੇ ਜਿਹੜਾ ਵਿਸ਼ਾ ਚੁਣਿਆ ਮੇਰੇ ਖਿਆਲ ਮੁਤਾਬਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ। ਔਰ ਜੇ ਅਸੀਂ ਸੱਭਿਆਚਾਰਕ ਤੌਰ 'ਤੇ, ਸਾਹਿਤਕ ਤੌਰ 'ਤੇ, ਸਮਾਜਿਕ ਤੌਰ 'ਤੇ ਕੁਛ ਚੰਗੇ ਆ ਪੰਜਾਬੀ ਲੋਕ, ਅਤੇ ਉਹ ਦੂਰਦਰਸ਼ਨ ਕਰਕੇ ਆ। ਜੀ ਬਿਲਕੁਲ ਜੀ। ਦੂਰਦਰਸ਼ਨ ਦਾ ਵੀ ਦੋਸਤੋ ਹਮੇਸ਼ਾ ਇਹੀ ਮੰਤਵ ਰਿਹਾ ਹੈ ਕਿ ਅਸੀਂ ਜਿੱਥੇ ਮਨੋਰੰਜਨ ਦੀ ਗੱਲ ਕਰੀਏ ਉੱਥੇ ਨਾਲ ਦੇ ਨਾਲ ਜਾਣਕਾਰੀ ਭਰਪੂਰ ਗੱਲਾਂ ਵੀ ਹੋਣ ਜਿਸ ਵਿੱਚ ਗਿਆਨ 'ਚ ਵਾਧਾ ਹੋਵੇ। ਅਤੇ ਕਈ ਵਾਰੀ ਗੱਲਾਂ ਕਰਦਿਆਂ ਕੁਝ ਐਸੇ ਵਿਸ਼ੇ ਸਾਹਮਣੇ ਆ ਜਾਂਦੇ ਨੇ ਕਿ ਉਹ ਵਿਸ਼ੇ ਅਸੀਂ ਵੱਖ-ਵੱਖ ਪ੍ਰੋਗਰਾਮਾਂ ਵਿੱਚ ਲੈ ਕੇ ਆਉਂਦੇ ਹਾਂ ਤਾਂ ਜੋ ਇੱਕ ਸਾਰਥਕ ਸਮਾਜ, ਸੁਚਾਰੂ ਸਮਾਜ ਬਣਾਇਆ ਜਾ ਸਕੇ। ਇਹ ਮਾਨ ਸਾਹਿਬ, ਅੱਜ ਦਾ ਵਿਸ਼ਾ ਹੈ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਿਵੇਂ ਕੀਤਾ ਜਾਵੇ। ਜੀ ਇਹ ਵਿਸ਼ਾ ਅਸੀਂ ਬੱਚਿਆਂ ਨੂੰ ਬਹੁਤ ਪਿਆਰ ਦਿੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਅਸੀਂ ਹਰ ਤਰ੍ਹਾਂ ਦੀ ਫੈਸਿਲਿਟੀ ਦੇ ਸਕੀਏ। ਮਾਪੇ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਇਸ ਵੇਲੇ ਉਹਨਾਂ ਦੇ ਜੀਵਨ ਤੱਕ ਹਰ ਉਹਨਾਂ ਦੇ ਸਟੈਪ 'ਤੇ ਬਹੁਤ ਚਿੰਤਤ ਨੇ, ਪਰ ਸ਼ਾਇਦ ਨੈਤਿਕ ਕਦਰਾਂ ਕੀਮਤਾਂ ਨੂੰ ਲੈ ਕੇ ਇਹ ਵਿਸ਼ਾ ਹੈ ਨਾ, ਇਹ ਇੱਕ ਸਾਈਡ 'ਤੇ ਰਹਿ ਜਾਂਦਾ ਹੈ। ਅਸੀਂ ਕਹਿ ਤਾਂ ਦਿੰਦੇ ਹਾਂ ਬੱਚਿਆਂ ਨੂੰ ਵਧੀਆ ਕੱਪੜਾ ਦੇ ਦਈਏ, ਬੱਚਿਆਂ ਨੂੰ ਮਹਿੰਗੇ ਸਕੂਲ ਦੇ ਵਿੱਚ ਪੜ੍ਹਾ ਲਈਏ, ਬੱਚਾ ਵਧੀਆ ਹੋਟਲ ਦੇ ਵਿੱਚ ਖਾਣਾ ਖਾਵੇ, ਬੱਚਾ ਵਧੀਆ ਸੰਗਤ ਦੇ ਵਿੱਚ ਰਵੇ, ਪਰ ਸ਼ਾਇਦ ਇਹ ਫੋਕੀ ਸ਼ੋਹਰਤ ਦੇਣ ਦੀ ਜਗ੍ਹਾ 'ਤੇ ਅਸੀਂ ਉਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਓਹਲੇ ਕਰ ਦਿੰਦੇ ਹਾਂ। ਇਹ ਵਿਸ਼ਾ ਕਿੰਨਾ ਕੁ ਜ਼ਰੂਰੀ ਹੈ ਸਾਡੀ ਜ਼ਿੰਦਗੀ ਦੇ ਵਿੱਚ? ਸ਼ੁਕਰਗੁਜ਼ਾਰ ਸਿੰਘ ਜੀ, ਜਿਹੜੀ ਇਸ ਵਿਸ਼ੇ ਦੀ ਮਹੱਤਤਾ ਆ ਜੀ, ਉਹਨੂੰ ਅਸੀਂ ਕਿਸੇ ਤਰ੍ਹਾਂ ਵੀ ਗਿਣਤੀ ਮਿਣਤੀ 'ਚ ਨਹੀਂ ਲਿਆ ਸਕਦੇ ਜੀ, ਕਿਉਂਕਿ ਕੁਦਰਤ ਦੀ ਸਭ ਤੋਂ ਵੱਡੀ ਦਾਤ ਅਤੇ ਮਾਪਿਆਂ ਲਈ ਸਭ ਤੋਂ ਵੱਡੀ ਸੁਗਾਤ ਇੱਕ ਬੱਚਾ ਆ। ਬਿਲਕੁਲ। ਅਤੇ ਉਸ ਬੱਚੇ ਦੇ ਰਾਹੀਂ ਇਸ ਮਨੁੱਖ ਨੇ ਅੱਗੇ ਜੀਣਾ ਆ, ਅੱਗੇ ਵਧਣਾ ਆ। ਬਿਲਕੁਲ। ਅਤੇ ਜੇ ਉਹ ਬੱਚਾ ਇੱਕ ਪੂਰਨ ਮਨੁੱਖ, ਇੱਕ ਪੂਰਨ ਇਨਸਾਨ ਨਹੀਂ ਬਣਦਾ ਤਾਂ ਉਹ ਮਾਪੇ ਵੀ, ਅਧਿਆਪਕ ਵੀ, ਸਮਾਜ ਵੀ ਉੱਥੇ ਫੇਲ ਹੋ ਜਾਂਦਾ। ਬਿਲਕੁਲ। ਅੱਜ ਜੋ ਸਮਾਜਿਕ ਵਰਤਾਰਾ ਵਰਤ ਰਿਹਾ ਉਸ ਨੂੰ ਮੱਦੇਨਜ਼ਰ ਰੱਖ ਕੇ ਸੋਚੀਏ ਤਾਂ ਉਹਦਾ ਮੁੱਖ ਕਾਰਨ ਕੀ ਹੈ ਕਿ ਅਸੀਂ ਨੈਤਿਕ ਤੌਰ 'ਤੇ ਗਿਰ ਚੁੱਕੇ ਹਾਂ, ਖਤਮ ਹੋ ਚੁੱਕੇ ਹਾਂ। ਕਿਸੇ ਵੀ ਪੱਧਰ 'ਤੇ, ਕਿਸੇ ਵੀ ਖੇਤਰ 'ਚ, ਕਿਸੇ ਵੀ ਫੀਲਡ ਦੇ ਵਿੱਚ ਜਿਹੜਾ ਵੀ ਬੰਦਾ ਜਿੱਥੇ ਵੀ ਬੈਠਾ ਆ ਜੀ, ਉਹ ਨੈਤਿਕਤਾ ਤੋਂ ਦੂਰ ਆ। ਬਿਲਕੁਲ। ਹੁਣ ਅਸੀਂ ਵੱਡਿਆਂ ਨੂੰ, ਕਿਉਂਕਿ ਉਹ ਸਮਝਦਾਰ ਨੇ, ਨਹੀਂ ਸਮਝਾ ਸਕਦੇ, ਲੇਕਿਨ ਬੱਚਿਆਂ ਨੂੰ ਅਸੀਂ ਸਮਝਾ ਸਕਦੇ ਹਾਂ। ਜਿਵੇਂ ਕਿ ਅਸੀਂ ਸਮਝਦੇ ਹਾਂ ਕਿ ਉਹ ਬੱਚੇ ਕੱਚੀ ਮਿੱਟੀ ਆ, ਉਹਦਾ ਅਸੀਂ ਆਪਣੇ ਮੁਤਾਬਕ, ਆਪਣੀ ਲੋੜ ਦੇ ਮੁਤਾਬਕ ਉਹਦੀ ਸ਼ਕਲ ਸੂਰਤ ਬਣਾ ਸਕਦੇ ਹਾਂ, ਸਿਰਜ ਸਕਦੇ ਹਾਂ। ਬਿਲਕੁਲ। ਹੁਣ ਜਿਹੜੀ ਇਹਦੀ ਮਹੱਤਤਾ ਨੂੰ ਮੱਦੇਨਜ਼ਰ ਰੱਖਦੇ ਹਾਂ, ਹਰ ਮਾਪੇ ਦੀ ਇਹ ਚਿੰਤਾ ਆ ਕਿ ਮੇਰਾ ਬੱਚਾ ਸਫਲ ਹੋਵੇ। ਬਿਲਕੁਲ। ਲੇਕਿਨ ਉਹਨੂੰ ਇਹ ਚਿੰਤਾ ਨਹੀਂ ਕਿ ਉਹ ਕਿਵੇਂ ਸਫਲ ਹੋਵੇ। ਬਿਲਕੁਲ। ਉਹ ਉਹਨੂੰ ਆਫੀਸਰ ਬਣਾਉਣਾ ਚਾਹੁੰਦੇ ਆ, ਡਾਕਟਰ ਬਣਾਉਣਾ ਚਾਹੁੰਦੇ ਆ, ਇੰਜੀਨੀਅਰ ਬਣਾਉਣਾ ਚਾਹੁੰਦੇ ਆ ਜੀ, ਪਰ ਕਦੀ ਕਿਸੇ ਤੋਂ ਤੁਸੀਂ ਸੁਣਿਆ ਵੀ ਮੈਂ ਬੱਚੇ ਨੂੰ ਇਨਸਾਨ ਬਣਾਉਣਾ? ਬੰਦਾ ਇੱਥੇ ਸਭ ਕੁਝ ਬਣਿਆ ਪਰ ਇਨਸਾਨ ਨਹੀਂ ਹੈ। ਲੋੜ ਸਾਨੂੰ ਇਨਸਾਨੀ ਕਦਰਾਂ ਕੀਮਤਾਂ ਦੀ ਹੈ, ਜਿਨ੍ਹਾਂ ਨੂੰ ਤੁਸੀਂ ਨੈਤਿਕ ਕਦਰਾਂ ਕੀਮਤਾਂ ਕਹਿੰਦੇ ਜੀ। ਜੀ ਬਿਲਕੁਲ। ਸੋ ਸਭ ਤੋਂ ਮਹੱਤਵਪੂਰਨ ਮਨੁੱਖੀ ਜੀਵਨ ਦੇ ਵਿੱਚ ਜੇ ਹੈ ਤਾਂ ਉਹ ਨੈਤਿਕ ਕਦਰਾਂ ਕੀਮਤਾਂ ਆ। ਬਿਲਕੁਲ ਜੀ। ਬੰਦਾ ਇੱਥੇ ਸਭ ਕੁਝ ਬਣਿਆ ਲੇਕਿਨ ਬਣਿਆ ਇਨਸਾਨ ਨਹੀਂ। ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ। ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਨਾ ਜੀ, ਤੇ ਸਭ ਤੋਂ ਪਹਿਲਾਂ
ਉਸ ਨੂੰ ਮਾਂ ਦੀ ਗੋਦੀ ਦੇ ਵਿੱਚ ਰੱਖਿਆ ਜਾਂਦਾ। ਬਿਲਕੁਲ। ਫਿਰ ਜੋ ਮਾਂ ਦੇ ਨਿੱਕੇ ਨਿੱਕੇ ਹੰਗਾਰੇ ਹੁੰਦੇ ਨੇ, ਜੋ ਉਸ ਦੇ ਫੇਸ ਦੇ ਉੱਤੇ ਵੱਖ-ਵੱਖ ਹਾਵ ਭਾਵ ਪ੍ਰਗਟ ਹੁੰਦੇ ਨੇ ਜੀ, ਉਹ ਕਿਲਕਾਰੀਆਂ ਫਿਰ ਭਾਸ਼ਾ ਦਾ ਰੂਪ ਲੈ ਲੈਂਦੀਆਂ ਨੇ। ਮਾਂ ਦਾ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ ਬੱਚੇ ਦੇ ਉੱਤੇ। ਮਾਂ ਕਿਸ ਤਰ੍ਹਾਂ ਦਾ ਰੋਲ ਅਦਾ ਕਰ ਸਕਦੀ ਹੈ ਜਾਂ ਕਿਸ ਤਰ੍ਹਾਂ ਦਾ ਰੋਲ ਅਦਾ ਕਰਦੀ ਹੈ ਕਿ ਨੈਤਿਕ ਕਦਰਾਂ ਕੀਮਤਾਂ ਬੱਚੇ ਦੇ ਵਿੱਚ ਆਉਣ। ਸ਼ੁਕਰਗੁਜ਼ਾਰ ਜੀ, ਬਹੁਤ ਅਹਿਮ ਤੁਸੀਂ ਗੱਲ ਕੀਤੀ ਹੈ। ਜੋ ਕੁਝ ਵੀ ਇਹ ਸੰਸਾਰ ਦੇ ਵਿੱਚ ਅਸੀਂ ਤੁਸੀਂ ਜਿੰਨੇ ਵੀ ਇਨਸਾਨ ਪੈਦਾ ਹੋਏ ਆ, ਉਹਦਾ ਮੁੱਖ ਰੋਲ ਜਿਹੜਾ ਮਾਂ ਆ। ਬਿਲਕੁਲ। ਪ੍ਰੋਫੈਸਰ ਮੋਹਨ ਸਿੰਘ ਹੁਣੀ ਬਹੁਤ ਖੂਬਸੂਰਤ ਲਾਈਨਾਂ ਲਿਖੀਆਂ, ਮਾਂ ਵਰਗਾ ਕਣ ਸ਼ਾਮਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਦਾਰੀ ਰੱਬ ਨੇ ਸਵਰਗ ਬਣਾਏ, ਕੁੱਲ ਦੁਨੀਆ ਦੇ ਬੂਟੇ ਜੜ ਪੁੱਟਿਆਂ ਸੁੱਕ ਜਾਵਣ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਮਾਂ ਦੀ ਭੂਮਿਕਾ ਜਿਹੜੀ ਆ ਅਸੀਮ ਆ, ਉਹਦਾ ਕੋਈ ਆਦ ਅੰਤ ਨਹੀਂ, ਕਿਉਂਕਿ ਮਾਂ ਨੇ ਸਾਨੂੰ ਰੂਪ ਦਿੱਤਾ, ਬਿਲਕੁਲ, ਸਾਨੂੰ ਸਰੀਰ ਦਿੱਤਾ, ਸਾਨੂੰ ਦਿਲ ਦਿਮਾਗ ਦਿੱਤੇ ਆ, ਔਰ ਮਾਂ ਨੇ ਸਾਨੂੰ ਤੁਰਨਾ ਫਿਰਨਾ ਬੋਲਣਾ ਸਿੱਖਣਾ ਸਭ ਕੁਝ ਕਰਨਾ ਸਿਖਾਇਆ। ਤੇ ਮਾਂ ਦੇਖੋ ਪਹਿਲਾ ਬੋਲ ਜਿਹੜਾ ਆ ਬੱਚਾ ਉਹ ਮਾਂ ਬੋਲਦਾ, ਬਿਲਕੁਲ, ਤੇ ਉਹ ਮਾਂ ਕਰਕੇ ਹੀ ਬੋਲਦਾ। ਤੇ ਮਾਂ ਨੇ ਜਿਹੜੀ ਸਿੱਖਿਆ ਦੇਣੀ ਆ, ਮਾਂ ਨੇ ਜਿਹੜੇ ਸਾਡੇ ਅੰਦਰ ਗੁਣ ਭਰਨੇ ਆ। ਸ਼ਹੀਦ ਭਗਤ ਸਿੰਘ ਜੀ ਸੂਲੀ ਤੇ ਨਾ ਚੜ੍ਹਦੇ, ਫਾਂਸੀ ਤੇ ਨਾ ਚੜ੍ਹਦੇ, ਜੇ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਚਾਚਾ ਅਜੀਤ ਸਿੰਘ ਦੀਆਂ ਕਹਾਣੀਆਂ ਨਾ ਸੁਣਾਈਆਂ। ਸੋ ਇਹ ਭੂਮਿਕਾ ਆ ਇੱਕ ਮਾਂ ਦੀ, ਕਿਉਂਕਿ ਜਿਹੜੀ ਸਾਡੀ ਸਰਵਪੱਖੀ ਵਿਕਾਸ ਆ, ਸਿਰਫ ਮਾਂ ਨੇ ਸਾਨੂੰ ਸਰੀਰ ਨਹੀਂ ਦਿੱਤਾ, ਉਹਨੇ ਜਿਹੜੇ ਦਿਲ ਦਿਮਾਗ ਦਿੱਤੇ ਆ, ਉਹ ਦਿਲ ਦਿਮਾਗ ਦੇ ਵਿੱਚ ਜਿਹੜੀਆਂ ਛੁਪੀਆਂ ਸੰਭਾਵਨਾਵਾਂ ਉਹਨਾਂ ਨੂੰ ਉਜਾਗਰ ਕਰਨ ਦਾ ਜਿਹੜਾ ਹੀਲਾ ਵਸੀਲਾ ਵੀ ਮਾਂ ਨੇ ਕਰਨਾ ਹੁੰਦਾ। ਤੇ ਮਾਂ ਸਾਨੂੰ ਹਰ ਕੰਮ ਲਈ ਤਿਆਰ ਕਰਦੀ ਆ। ਕਹਿਣ ਦਾ ਭਾਵ ਉਹ ਸਾਡੇ ਅੰਦਰ ਉਹ ਬੀਜ ਬੀਜਦੀ ਆ ਜਿਨ੍ਹਾਂ ਬੀਜਾਂ ਨੇ ਕੱਲ੍ਹ ਨੂੰ ਵੱਡੇ ਰੁੱਖ ਬਣ ਕੇ ਸਮਾਜ ਨੂੰ, ਮਾਪਿਆਂ ਨੂੰ, ਆਲੇ ਦੁਆਲੇ ਨੂੰ ਛਾਂ ਦੇਣੀ ਆ, ਫਲ ਦੇਣੇ ਆ, ਫੁੱਲ ਦੇਣੇ ਆ, ਔਰ ਆਲੇ ਦੁਆਲੇ ਨੂੰ ਆਪਣੇ ਕੰਮਾਂ ਨਾਲ, ਸ਼ਾਨਦਾਰ ਕੰਮਾਂ ਨਾਲ ਮਹਿਕਾਉਣਾ ਆ। ਜੀ ਬਿਲਕੁਲ। ਇਹ ਇੱਕ ਨਾ ਇੰਗਲਿਸ਼ ਦਾ ਪ੍ਰਵਰਬ ਹੈ ਜੀ ਕਿ ਪੇਰੈਂਟਸ ਆਰ ਦੀ ਫਸਟ ਟੀਚਰ ਆਫ ਦੀ ਚਿਲਡਰਨ। ਬਿਲਕੁਲ, ਇਹ ਮਾਪੇ ਨੇ ਨਾ ਬੱਚਿਆਂ ਦੇ ਪਹਿਲੇ ਅਧਿਆਪਕ ਹੁੰਦੇ ਨੇ। ਮੈਨੂੰ ਚੇਤਾ ਹੈ ਜਦੋਂ ਅਸੀਂ ਪੜ੍ਹਦੇ ਹੁੰਦੇ ਸਾਂ ਤਾਂ ਸਾਡੇ ਮਾਪਿਆਂ ਨੇ ਕੰਨ ਮਰੋੜਨੇ ਜੀ, ਤੇ ਸਵੇਰੇ ਤੜਕੇ ਠਾ ਦੇਣਾ, ਇੱਕ ਡਿਸਪਲਿਨ ਸਮਾਂ ਸਾਰਣੀ ਦੇ ਦੇਣੀ ਵੀ ਇੰਨੇ ਵਜੇ ਤੁਸੀਂ ਨਹਾਉਣਾ ਹੈ, ਫਿਰ ਉਸ ਤੋਂ ਬਾਅਦ ਨਿਤਨੇਮ ਕਰਨਾ ਹੈ, ਤੁਹਾਡਾ ਸਕੂਲ ਦਾ ਟਾਈਮ ਹੈ, ਫਿਰ ਤੁਸੀਂ ਆਪਣੇ ਡੇਲੀ ਦੇ ਰੂਟੀਨ ਵਿੱਚ ਵਿਚਰਨਾ ਹੈ। ਹਾਂਜੀ। ਅੱਜ ਦੇ ਦੌਰ ਦੀ ਗੱਲ ਕਰਾਂ, ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰਾਂ, ਮਾਪਿਆਂ ਦੇ ਰੋਲ ਦੀ ਗੱਲ ਕਰਾਂ, ਇਹਨਾਂ ਤਿੰਨਾਂ ਸੰਦਰਭ ਨੂੰ ਤੁਸੀਂ ਕਿਵੇਂ ਲੈ ਕੇ ਚੱਲਦੇ ਹੋ? ਪਹਿਲਾਂ ਆਪਾਂ ਗੱਲ ਕੀਤੀ ਹੈ ਮਾਂ ਦੇ ਰੋਲ ਦੀ। ਬਿਲਕੁਲ। ਦੁਨੀਆ ਦਾ ਮਹਾਨ ਜੇਤੂ ਨੈਪੋਲੀਅਨ ਇੱਕ ਥਾਂ ਲਿਖਦਾ, ਗਿਵ ਮੀ ਗੁੱਡ ਮਦਰਸ ਐਂਡ ਆਈ ਵਿਲ ਗਿਵ ਯੂ ਏ ਗੁੱਡ ਨੇਸ਼ਨ। ਸੋ ਭਾਵ ਹੀ ਇਹ ਆ ਕਿ ਜੇ ਮਾਂ ਨੇ ਸਾਡੇ ਅੰਦਰ ਉਚੇਰੀਆਂ ਕਦਰਾਂ ਕੀਮਤਾਂ ਭਰ ਦਿੱਤੀਆਂ, ਚੰਗੀਆਂ ਕਦਰਾਂ ਕੀਮਤਾਂ ਭਰ ਦਿੱਤੀਆਂ, ਨੈਤਿਕ ਕਦਰਾਂ ਕੀਮਤਾਂ ਭਰ ਦਿੱਤੀਆਂ, ਤਾਂ ਅਸੀਂ ਜਿਹੜਾ ਦੇਸ਼, ਕੌਮ, ਸਮਾਜ ਸੋਹਣਾ ਸੁਚੱਜਾ ਵਧੀਆ ਬਣਾ ਲਾਂਗੇ। ਜੀ ਬਿਲਕੁਲ। ਇਹ ਤਾਂ ਹੈ ਮਾਂ ਦੀ ਭੂਮਿਕਾ। ਤੇ ਇਸੇ ਤਰ੍ਹਾਂ ਜਿਹੜੀ ਤੁਸੀਂ ਗੱਲ ਅਗਲੇ ਪਰਿਵਾਰ ਦੀ ਕੀਤੀ ਆ, ਹੁਣ ਜਦੋਂ ਮਾਂ ਦੇ ਨਾਲ ਪਿਤਾ ਜੁੜ ਗਿਆ ਜੀ, ਤੇ ਫਿਰ ਸਾਡਾ ਪਰਿਵਾਰ ਜੁੜ ਗਿਆ। ਸਾਡਾ ਘਰ ਦਾ ਵਾਤਾਵਰਣ, ਘਰ ਦੇ ਵਾਤਾਵਰਣ 'ਚ ਮੈਂ ਆਪਣੇ ਵੱਡਿਆਂ ਨਾਲ ਕਿਵੇਂ ਵਿਹਾਰ ਕਰਦਾ ਜੀ, ਬਿਲਕੁਲ, ਮੈਂ ਆਪਣੇ ਹਾਣੀਆਂ ਨਾਲ ਕਿਵੇਂ ਵਿਹਾਰ ਕਰਦਾ, ਮੈਂ ਆਪ ਤੋਂ ਛੋਟਿਆਂ ਨਾਲ ਕਿਵੇਂ ਵਿਹਾਰ ਕਰਦਾ ਜੀ, ਇਸ ਚੀਜ਼ ਨੇ ਬੱਚੇ ਤੇ ਪ੍ਰਭਾਵ ਪਾਉਣਾ। ਬਿਲਕੁਲ। 3 ਸ਼ਬਦ ਮੈਂ ਤੁਹਾਨੂੰ ਦੱਸਦਾ, ਸਤਿਕਾਰਨਾ, ਵਿਚਾਰਨਾ, ਦੁਲਾਰਨਾ। ਬਿਲਕੁਲ। ਇਹ ਸਾਨੂੰ ਆਉਣਾ ਚਾਹੀਦਾ ਪਹਿਲਾਂ, ਬੱਚੇ ਤੇ ਅਸੀਂ ਬਾਅਦ ਚੱਲਦੇ ਆ। ਬਿਲਕੁਲ। ਸਾਨੂੰ ਵੱਡਿਆਂ ਨੂੰ ਜ਼ਰੂਰ ਸਤਿਕਾਰਨਾ ਚਾਹੀਦਾ। ਬਿਲਕੁਲ। ਜਿਹੜੇ ਸਾਡੇ ਹਾਣੀ ਆ ਉਹਨਾਂ ਨੂੰ ਸਾਨੂੰ ਵਿਚਾਰਨਾ ਚਾਹੀਦਾ। ਵਾਹ, ਤੁਸੀਂ ਮੇਰੇ ਹਾਣੀ ਆ, ਤੁਸੀਂ ਕੀ ਕਰਦੇ ਆ, ਕਿਵੇਂ ਕਰਦੇ ਆ, ਕਿਹੋ ਜਿਹਾ ਕਰਦੇ ਆ, ਇਹ ਵਿਚਾਰਨ ਦੀ ਲੋੜ ਆ। ਬਿਲਕੁਲ। ਮੰਨ ਲਓ ਤੁਸੀਂ ਮੇਰੇ ਮਿੱਤਰ ਬਣ ਗਏ, ਤੁਹਾਨੂੰ ਮੈਂ ਵਿਚਾਰਿਆ ਹੀ ਨਹੀਂ, ਤੁਹਾਡੇ ਕੰਮਾਂ ਦਾ ਮੈਨੂੰ ਪਤਾ ਹੀ ਨਹੀਂ। ਬਿਲਕੁਲ। ਉੱਥੇ ਵੀ ਪ੍ਰੋਬਲਮ ਬਣ ਜਾਏਗੀ। ਬਿਲਕੁਲ। ਛੋਟਿਆਂ ਨੂੰ ਦੁਲਾਰਨਾ, ਜਿਹੜੇ ਨਿੱਕੇ ਨਿੱਕੇ ਆ, ਜਿਹੜੇ ਸਾਤੋਂ ਪਿੱਛੇ ਆ, ਛੋਟੇ ਆ, ਉਹਨਾਂ ਨੂੰ ਥਾਪੀ ਦੇਣਾ ਵੀ ਸਾਡੀ ਜ਼ਿੰਮੇਵਾਰੀ। ਅਗਰ ਅਸੀਂ ਪਰਿਵਾਰ ਦੇ ਵਿੱਚ ਇਸ ਚੀਜ਼ ਨੂੰ ਵਰਤ ਰਹੇ ਹਾਂ, ਇਸ ਚੀਜ਼ ਨੂੰ ਕਰ ਰਹੇ ਹਾਂ, ਤੇ ਉਹ ਬੱਚੇ ਅੰਦਰ ਆਟੋਮੈਟਿਕਲੀ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਹੋਣਾ ਸ਼ੁਰੂ ਹੋ ਜਾਏਗਾ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਵੇਖੋ, ਸਤਿਕਾਰਨਾ, ਵਿਚਾਰਨਾ ਤੇ ਦੁਲਾਰਨਾ ਜੀ, ਇਹ ਸਾਡੀ ਜ਼ਿੰਦਗੀ ਦੇ ਅਹਿਮ ਹਿੱਸੇ ਨੇ ਜੀ। ਤੇ ਜਦੋਂ ਪਰਿਵਾਰ ਦੀ ਗੱਲ ਕਰਦੇ ਹਾਂ ਤੇ ਇਹੋ ਜਿਹੀਆਂ ਨੈਤਿਕ ਕਦਰਾਂ, ਇਹੋ ਜਿਹੀਆਂ ਗੱਲਾਂ ਬਾਤਾਂ ਸਾਡੇ ਵਿੱਚ ਉਸ ਸਮੇਂ ਆਉਂਦੀਆਂ ਸੀ
ਜਦੋਂ ਸੰਯੁਕਤ ਪਰਿਵਾਰ ਹੁੰਦਾ ਸੀ ਜੀ, ਇੱਕੋ ਚੁੱਲ੍ਹੇ ਦੇ ਸਵੇਰੇ ਉੱਠ ਕੇ ਬੈਠਣਾ, ਉੱਥੇ ਚਾਹ ਪੀਣੀ, ਅੱਗ ਸੇਕਣੀ, ਰੋਟੀ ਵੀ ਖਾਣੀ, ਤੇ ਰਾਤ ਦੀ ਗੱਲ ਕਰਨੀ ਤੇ ਛੱਤਾਂ ਦੇ ਉੱਤੇ ਇੱਕੋ ਪੱਖੇ ਦੇ ਅੱਗੇ ਪੈ ਜਾਣਾ ਤੇ ਦਾਦਿਆਂ ਨੇ, ਨਾਨਿਆਂ ਨੇ, ਵੱਡਿਆਂ ਨੇ, ਬਜ਼ੁਰਗਾਂ ਨੇ ਬਾਤਾਂ ਪਾਉਣੀਆਂ ਤੇ ਸਾਨੂੰ ਪਤਾ ਲੱਗਣਾ ਵੀ ਵਾਕਈ ਪਰਿਵਾਰ ਵੀ ਕੁਝ ਹੈ, ਇਹ ਨੈਤਿਕ ਕਦਰਾਂ ਵੀ ਤੇ ਸਾਡਾ ਸੱਭਿਆਚਾਰ ਵੀ ਕੁਝ ਹੈ। ਤੇ ਤੁਹਾਡੇ ਜਿਸ ਤਰ੍ਹਾਂ ਇੱਕਦਮ ਸਮੇਂ ਦੇ ਵਿੱਚ ਤਬਦੀਲੀ ਆਈ, ਸੰਯੁਕਤ ਪਰਿਵਾਰ ਤੋਂ ਹੁਣ ਹਰ ਕੋਈ ਇਕੱਲਾ ਰਹਿਣਾ ਚਾਹੁੰਦਾ ਹੈ, ਤੇ ਹੁਣ ਇਕੱਲੇ ਰਹਿਣੇ ਦੇ ਨਾਲ ਨਾਲ ਹੁਣ ਕੀ ਹੈ ਕਿ ਬੱਚੇ ਵੀ ਹੋਸਟਲਾਂ ਦੇ ਵਿੱਚ ਆ ਗਏ ਨੇ, ਤੇ ਇਹ ਇਸ ਸਾਰੇ ਸਾਡੇ ਜੀਣ ਦੇ ਢੰਗ ਨੂੰ ਤੁਸੀਂ ਕਿੱਦਾਂ ਲੈਂਦੇ? ਜਿਹੜੀ ਆਪਾਂ ਪਰਿਵਾਰ ਦੀ ਗੱਲ ਕਰਦੇ ਹਾਂ, ਦੇਖੋ ਜਦੋਂ ਸੰਯੁਕਤ ਪਰਿਵਾਰ ਸੀ ਨਾ ਜੀ, ਮੇਰਾ ਖਿਆਲ ਆ ਉਸ ਵੇਲੇ ਜਿਹੜਾ ਅਸੀਂ ਇਹ ਮਸਲਾ ਵਿਚਾਰ ਰਹੇ ਹਾਂ ਸ਼ਾਇਦ ਘੱਟ ਲੋੜ ਸੀ ਜੀ, ਲੇਕਿਨ ਅੱਜ ਇਸ ਵਿਸ਼ੇ ਦੀ ਜ਼ਿਆਦਾ ਲੋੜ ਪਈ ਹੈ ਵੀ ਨੈਤਿਕ ਕਦਰਾਂ ਕੀਮਤਾਂ ਖਤਮ ਹੋ ਗਈਆਂ, ਸਮਾਜ 'ਚ ਨਿਘਾਰ ਆ ਗਿਆ, ਸਮਾਜਿਕ ਤੌਰ 'ਤੇ ਅਸੀਂ ਇਹਦੀ ਲੋੜ ਮਹਿਸੂਸ ਹੋਈ ਆ। ਕਾਰਨ ਕੀ ਆ? ਕੁਦਰਤੀ ਜਿਹੜਾ ਵਾਤਾਵਰਣ ਸਾਡਾ ਪਰਿਵਾਰ ਦਾ ਹੁੰਦਾ ਨਾ, ਜਦੋਂ ਅਸੀਂ ਨਿੱਕੇ ਨਿੱਕੇ ਸੀਗੇ ਤੇ ਅਸੀਂ ਆਪਣੇ ਦਾਦੀਆਂ, ਨਾਨੀਆਂ, ਮਾਮੀਆਂ, ਭੂਆ, ਫੁੱਫੀਆਂ, ਵੱਡੇ ਜਿਹੜੇ ਸਾਡੇ ਵਡੇਰੇ ਸੀ ਨਾ, ਉਹਨਾਂ ਦੇ ਕੋਲ ਗੋਦੀ 'ਚ ਬੈਠ ਕੇ ਕਹਾਣੀਆਂ ਸੁਣਦੇ ਹੁੰਦੇ ਸੀ। ਬਿਲਕੁਲ। ਉਹ ਕਹਾਣੀਆਂ ਦੇਖੋ ਸਾਨੂੰ ਕੀ ਸਿਖਾਉਂਦੀਆਂ ਸੀ? ਕਹਾਣੀਆਂ ਸੱਚ, ਇਮਾਨਦਾਰੀ, ਮਿਹਨਤ, ਲਗਨ, ਹਿੰਮਤ, ਹੌਸਲਾ, ਵਿਗਿਆਨਕ ਸੋਚ, ਇਹੋ ਜਿਹੇ ਗੁਣ ਉਹਨਾਂ ਕਹਾਣੀਆਂ ਦੇ ਵਿੱਚੋਂ ਸਾਨੂੰ ਮਿਲਦੇ ਸੀ। ਤੇ ਉਹੀ ਗੁਣ ਜਿਹੜੇ ਅਸੀਂ ਸਮਾਜ ਦੇ ਵਿੱਚ ਅਪਲਾਈ ਕਰਦੇ ਹਾਂ, ਉਹਦਾ ਪ੍ਰੈਕਟੀਕਲ ਕਰਦੇ ਹਾਂ, ਤੇ ਅਸੀਂ ਗੁਣ ਭਰਪੂਰ ਇਨਸਾਨ ਬਣ ਜਾਂਦੇ। ਤੇ ਅਸੀਂ ਹਰ ਬੰਦਾ ਸੁਣਨ ਗਿਣ ਵਾਲਾ ਕਹਿੰਦਾ ਯਾਰ ਬੜਾ ਵਧੀਆ ਮੁੰਡਾ ਹੈ ਬੱਚਾ, ਇਹ ਬੱਚਾ ਯਾਰ ਬਹੁਤ ਸੋਹਣੀ ਗੱਲ ਕਰਦਾ, ਇਹਦੀ ਬੋਲਬਾਣੀ ਬਹੁਤ ਵਧੀਆ ਹੈ। ਉਹ ਪਰਿਵਾਰ 'ਚੋਂ ਮਿਲਦਾ ਸਾਰਾ ਕੁਝ ਸਾਨੂੰ। ਉਹ ਸੰਯੁਕਤ ਪਰਿਵਾਰ ਦਾ ਇਹ ਸਾਨੂੰ ਫਾਇਦਾ ਸੀ ਕਿ ਸਾਨੂੰ ਜਿਹੜੀਆਂ ਉਚੇਰੇ ਗੁਣ ਸੀ, ਚੰਗੇ ਗੁਣ ਸੀ, ਸਮਾਜ ਲਈ ਚੰਗੇ ਸੀ, ਦੇਸ਼ ਲਈ ਚੰਗੇ ਸੀ, ਪਰਿਵਾਰ ਲਈ ਚੰਗੇ ਸੀ, ਉਹ ਸਾਨੂੰ ਕੁਦਰਤੀ ਮਿਲੀ ਜਾਂਦੇ ਸੀ। ਸਪੈਸ਼ਲ ਗੱਲ ਕਰਨ ਦੀ ਲੋੜ ਨਹੀਂ ਸੀ। ਜਦੋਂ ਅਸੀਂ ਇਕੱਠੇ, ਸਮੱਸਿਆ ਕੀ ਆਈ ਆ? ਸਾਡਾ ਸੰਵਾਦ ਖਤਮ ਹੋ ਗਿਆ। ਸਾਡਾ ਆਪਸੀ ਜਿਹੜਾ ਸੰਵਾਦ ਸੀ ਨਾ, ਦੇਖੋ ਵਿਚਾਰਾਂ ਦੇ ਆਦਾਨ ਪ੍ਰਦਾਨ ਨਾਲ ਹੀ ਸਾਰੇ ਮਸਲੇ ਹੱਲ ਹੋਣੇ ਆ ਹੁੰਦੇ ਆ ਜੀ। ਹੁਣ ਅਸੀਂ ਪਰਿਵਾਰ ਦੇ 4 ਜੀ ਆ, ਚਾਰੇ ਜੀ ਆਪਾਂ ਆਪਣੇ ਫੋਨ ਤੇ ਲੱਗੇ ਬੈਠੇ ਆ, ਬੈਠੇ ਅਸੀਂ ਇਕੱਠੇ ਆ ਇੱਕ ਕਮਰੇ 'ਚ, ਲੇਕਿਨ ਸਾਡਾ ਆਪਸ ਵਿੱਚ ਆਦਾਨ ਪ੍ਰਦਾਨ ਕੋਈ ਨਹੀਂ, ਵਿਚਾਰਾਂ ਦੀ ਸਾਂਝ ਕੋਈ ਨਹੀਂ, ਅਸੀਂ ਆਪਣੇ ਫੋਨ ਤੇ ਲੱਗੇ ਆ, ਕੀ ਮਿਲੂਗਾ ਸਾਨੂੰ? ਇੱਥੇ ਮੈਂ ਇੱਕ ਗੱਲ ਹੋਰ ਮੈਂ ਆਪਣੀ ਸਵਾਲ ਦੀ ਲੈਣਾ ਚਾਹੁੰਦਾ ਕਿ ਜਿਸ ਤਰ੍ਹਾਂ ਹੁਣ ਬੱਚੇ ਹੋਸਟਲਾਂ ਦੇ ਵਿੱਚ ਆ ਗਏ ਨੇ, ਬੱਚੇ ਹੋਸਟਲਾਂ ਦੇ ਵਿੱਚ ਰਹਿੰਦੇ ਪਏ ਨੇ, ਪੀਜੀ ਦੇ ਵਿੱਚ ਰਹਿੰਦੇ ਪਏ ਨੇ, ਆਪਣੀ ਮਰਜ਼ੀ ਦੇ ਨਾਲ ਉੱਠਦੇ ਨੇ, ਆਪਣੀ ਮਰਜ਼ੀ ਦੇ ਨਾਲ ਸਕੂਲ ਕਾਲਜ ਚੱਲ ਜਾਂਦੇ ਨੇ। ਮਾਪਿਆਂ ਨੂੰ ਇਹ ਤਾਂ ਪਤਾ ਹੈ ਉਹ ਫੀਸਾਂ ਤਾਰ ਰਹੇ ਨੇ, ਲੇਕਿਨ ਆਹ ਨਹੀਂ ਪਤਾ ਬੱਚੇ ਉੱਥੇ ਕੀ ਕਰ ਰਹੇ ਨੇ, ਤੇ ਇਹ ਮਾਹੌਲ ਕਿੰਨਾ ਕੁ ਖਤਰਨਾਕ ਹੈ? ਦੇਖੋ ਜਿਹੜੀ ਸ਼ੁਰੂਆਤ ਦੀ ਗੱਲ ਆਪਾਂ ਕੀਤੀ ਹੈ ਨਾ, ਅਗਰ ਬੱਚੇ ਨੂੰ ਮਾਂ ਨੇ, ਪਰਿਵਾਰ ਨੇ ਉਹਨੂੰ ਸਿੱਖਿਅਤ ਕਰਤਾ, ਜਿਹੜੀਆਂ ਗੱਲਾਂ ਦੀ ਆਪਾਂ ਗੱਲ ਕਰਕੇ ਹਟੇ ਆ, ਫਿਰ ਉਹ ਚਾਹੇ ਹੋਸਟਲ 'ਚ ਰਹੇ, ਚਾਹੇ ਉਹ ਅਮਰੀਕਾ ਕੈਨੇਡਾ ਰਹੇ, ਚਾਹੇ ਉਹ ਇੰਡੀਆ 'ਚ ਰਹੇ, ਚਾਹੇ ਉਹ ਕਿਤੇ ਵੀ ਰਹੇ, ਉਹਨੂੰ ਕੋਈ ਸਮੱਸਿਆ ਨਹੀਂ। ਜਿਸ ਬੱਚੇ ਅੰਦਰ ਅਸੀਂ ਨਰੋਈਆਂ ਕਦਰਾਂ ਕੀਮਤਾਂ ਬਚਪਨ ਵਿੱਚ ਨਹੀਂ ਭਰੀਆਂ, ਉਹਦੇ ਲਈ ਸਮੱਸਿਆ ਆ। ਬਿਲਕੁਲ ਜੀ। ਲੋੜ ਕੀ ਆ? ਬਚਪਨ ਨੂੰ ਸੰਭਾਲਣ ਦੀ। ਹੁਣ ਅਸੀਂ ਬਚਪਨ ਦੇ ਵਿੱਚ ਦੇਖੋ, ਸਾਡੇ ਘਰਾਂ ਦੇ ਵਿੱਚ ਤੁਸੀਂ ਕਿਤੇ ਵੀ ਨਿਗਾਹ ਮਾਰ ਕੇ ਦੇਖੋ ਜੀ, ਜਿਹੜੀਆਂ ਚੀਜ਼ਾਂ ਨੇ ਬੱਚੇ ਦੇ ਦਿਮਾਗ ਨੂੰ ਉਚੇਰਾ ਕਰਨਾ, ਬੱਚੇ ਦੀ ਸੋਚ ਨੂੰ ਡਿਵੈਲਪ ਕਰਨਾ, ਉਹ ਚੀਜ਼ਾਂ ਸਾਡੇ ਘਰਾਂ 'ਚ ਨਹੀਂ ਹੈਗੀਆਂ। ਉਹ ਕੀ ਆ? ਕਿਤਾਬਾਂ, ਅਖਬਾਰਾਂ, ਰਸਾਲੇ। ਅਸੀਂ ਕੀ ਦੇ ਰਹੇ ਹਾਂ? ਮਹਿੰਗੇ ਮਹਿੰਗੇ ਖਿਡੌਣੇ ਦੇ ਰਹੇ ਹਾਂ। ਖਿਡੌਣੇ ਵੀ ਕਿਹੜੇ ਦੇ ਰਹੇ ਹਾਂ? ਜਿਹੜੀ ਗਨ, ਬੰਦੂਕ, ਪਿਸਟਲ, ਟੈਂਕ। ਦੱਸੋ ਕੀ ਬਣੂਗਾ? ਕੀ ਬੱਚਾ ਸਿੱਖੂਗਾ? ਉੱਥੇ ਹੁਣ ਮਾਪਾ, ਪਹਿਲਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਪਿਆਂ ਦੀ ਆ। ਅਸੀਂ ਅਕਸਰ ਦੋਸ਼ ਅਧਿਆਪਕ ਨੂੰ ਦਿੰਦੇ ਆ, ਬਈ ਜੀ ਅਧਿਆਪਕ ਨੇ ਆਹ ਨਹੀਂ ਕੀਤਾ, ਜੇ ਨਹੀਂ ਹੋਇਆ, ਉਹ ਨਹੀਂ ਹੋਇਆ। ਭਾਈ ਅਸੀਂ ਪਹਿਲਾਂ ਮਾਪੇ ਆ। ਬਿਲਕੁਲ। ਅਸੀਂ ਬੱਚੇ ਨੂੰ ਪੈਦਾ ਕੀਤਾ, ਅਸੀਂ ਬੱਚੇ ਨੂੰ ਮਨੁੱਖ ਬਣਾਉਣਾ, ਤੇ ਉਹਦੇ ਵਿੱਚ ਗੁਣ ਕਿਹੜੇ ਭਰੇ ਆ? ਬਿਲਕੁਲ ਸਹੀ ਗੱਲ ਹੈ ਜੀ। ਇਹ ਪੁਰਾਣੇ ਸਮੇਂ ਦੀ ਗੱਲ ਕਰੀਏ ਨਾ ਮਾਨ ਸਾਹਿਬ ਜੀ, ਤੇ ਪੁਰਾਣੇ ਸਮੇਂ ਦੇ ਵਿੱਚ ਮੇਲਿਆਂ ਦੇ ਵਿੱਚ ਜਾਣਾ ਜੀ, ਤੇ ਪਤਾ ਹੁੰਦਾ ਸੀ ਕਿ ਦਾਦੀ ਦੇ ਨਾਲ ਜਾਂਦਾ ਹੈ, ਦਾਦੇ ਦੇ ਨਾਲ ਜਾਂ ਬਾਪ ਨਾਲ ਜਾ ਰਿਹਾ ਹੈ, ਤੇ ਬੱਚੇ ਨੇ ਉਂਗਲੀ ਫੜੀ ਹੋਣੀ, ਤੇ ਜਾਂ ਬੱਚੇ ਦੇ ਮੋਢੇ ਤੇ ਹੱਥ ਬਾਪ ਨੇ ਰੱਖਿਆ ਹੁੰਦਾ ਸੀ, ਆ ਤੈਨੂੰ ਮੇਲੇ ਦੀ ਸੈਰ ਕਰਾਵਾਂ। ਤੇ ਪਤਾ ਹੁੰਦਾ ਸੀ ਵੀ ਸੱਭਿਆਚਾਰ ਹੈ, ਕਦਰਾਂ ਕੀਮਤਾਂ ਨੇ, ਸਾਂਝਾਂ ਨੇ, ਮੁਹੱਬਤਾਂ ਨੇ, ਸਾਡੀ ਸ਼ਰੀਕਾ ਕੀ ਹੁੰਦਾ ਹੈ, ਪਰਿਵਾਰ ਕੀ ਹੁੰਦਾ ਹੈ, ਸਾਨੂੰ ਪਤਾ ਹੁੰਦਾ ਸੀ। ਪਰ ਅੱਜ ਦੇ ਦੌਰ 'ਚ ਜੇ ਮੈਂ ਸ਼ਹਿਰੀ ਲਾਈਫ ਦੀ ਗੱਲ ਕਰਾਂ, ਤੇ ਸ਼ਾਪਿੰਗ ਮਾਲ ਦੇ ਵਿੱਚ ਬੱਚੇ ਵੀ ਮਿਲਦੇ ਨੇ, ਮਾਪੇ ਵੀ ਮਿਲਦੇ ਨੇ, ਪਰ ਸ਼ਾਇਦ ਮਾਂ ਦੀ ਉਂਗਲੀ ਬੱਚੇ ਨੇ ਨਹੀਂ ਫੜੀ ਹੁੰਦੀ। ਘਰ ਦੇ ਵਿੱਚ ਜੋ ਨੌਕਰ ਜਾਂ ਨੌਕਰਾਨੀ ਰੱਖੀ ਹੁੰਦੀ ਹੈ, ਉਸ ਦੀ ਬੱਚੇ ਨੇ ਉਂਗਲੀ ਫੜੀ ਹੁੰਦੀ ਹੈ। ਜਦੋਂ ਮਾਪਿਆਂ ਦਾ ਪਿਆਰ ਨਹੀਂ ਮਿਲਣਾ, ਮਾਪਿਆਂ ਦੇ ਨਾਲ ਬੱਚੇ ਦਾ ਵਿਚਾਰ ਵਟਾਂਦਰਾ ਨਹੀਂ ਕੋਈ ਹੋਣਾ, ਤਾਂ ਸ਼ਾਇਦ ਨੈਤਿਕ ਕਦਰਾਂ ਕੀਮਤਾਂ ਅਸੀਂ ਨਹੀਂ ਸਿੱਖ ਸਕਦੇ, ਅੱਗੇ ਸੰਚਾਰਿਤ ਨਹੀਂ ਹੋਣੀਆਂ। ਹਾਂ ਬਿਲਕੁਲ। ਤੁਹਾਡਾ ਕਹਿਣ ਦਾ ਭਾਵ ਇਹ ਆ ਕਿ ਬੱਚਾ ਜਿਹੜਾ ਪਲ ਰਿਹਾ, ਉਹ ਹੁਣ ਮਾਂ ਦੀ ਗੋਦੀ 'ਚ ਨਹੀਂ ਪਲ ਰਿਹਾ, ਆਇਆ ਦੀ ਗੋਦੀ 'ਚ ਪਲ ਰਿਹਾ। ਹਾਂ ਬਿਲਕੁਲ। ਆਇਆ ਨੇ ਤਾਂ ਆਪਣੀ ਡਿਊਟੀ ਕਰਨੀ ਆ, ਬੱਚੇ ਨੂੰ ਫੀਡ ਦੇਣੀ ਆ, ਸਾਂਭ ਸੰਭਾਲ ਕਰਨੀ ਆ। ਬਿਲਕੁਲ। ਜਿਹੜੇ ਤੁਸੀਂ ਉਹਨੂੰ ਗੁਣ ਭਰਪੂਰ ਬਣਾਉਣਾ, ਉਹ ਤਾਂ ਮਾਪਿਆਂ ਨੇ ਹੀ ਦੇਣਾ ਆ। ਆਇਆ ਕੋਲ 4 ਬੱਚੇ ਆ, 10 ਬੱਚੇ ਆ, 6 ਬੱਚੇ ਆ, ਜਿੰਨੇ ਵੀ ਹੈਗੇ ਆ, ਉਹਨੇ ਸਾਰਿਆਂ ਨੂੰ ਦੇਖਣਾ।
ਤੇ ਉਹ ਕੁਝ ਸਿੱਖਿਅਤ ਨਹੀਂ ਕਰ ਸਕਦੀ। ਉਹ ਸਿਰਫ ਖਿਡੌਣੇ ਦੇ ਕੇ ਉਹਦਾ ਮਨ ਪਰਚਾ ਸਕਦੀ ਵੀ ਲੈ ਇਹਨਾਂ ਨੂੰ ਲੱਗਾ ਰਹਿ ਤੇ ਓਕੇ ਆ। ਲੇਕਿਨ ਜ਼ਿੰਮੇਵਾਰੀ ਤਾਂ ਮਾਪਿਆਂ ਦੀ ਆ। ਹੁਣ ਤੁਸੀਂ ਕਹਿੰਦੇ ਵੀ ਹੋਸਟਲ 'ਚ ਬੱਚੇ ਨੂੰ ਛੱਡ ਦਿੱਤਾ, ਬੱਚਾ ਬਾਹਰ ਨਿਕਲ ਗਿਆ, ਤੇ ਉਹ ਕਾਰਨ ਉੱਥੇ ਫੇਰ ਗੱਲ ਆ ਕੇ ਮੁੱਕਦੀ ਆ ਕਿ ਅਸੀਂ ਉਹਦੇ ਅੰਦਰ ਗੁਣ ਭਰਨੇ ਆ, ਸਾਨੂੰ ਸਮਾਂ ਦੇਣਾ ਪੈਣਾ ਜੀ, ਪੇਰੈਂਟਸ ਨੂੰ ਹੀ ਦੇਣਾ ਪੈਣਾ। ਇਹ ਜਿਹੜੇ ਮਾਪਿਆਂ ਨੇ ਗੁਣ ਭਰੇ ਆ, ਪਰਿਵਾਰ ਨੇ ਗੁਣ ਭਰੇ ਆ, ਉਹਨਾਂ ਨੂੰ ਫਿਰ ਅਧਿਆਪਕਾਂ ਨੇ ਅੱਗੇ ਪ੍ਰਫੁੱਲਿਤ ਕਰਨਾ। ਬਿਲਕੁਲ। ਦੇਖੋ ਪਹਿਲਾਂ ਸਾਡੀ ਦੋ ਚੀਜ਼ਾਂ ਆ, ਹੈਰੀਡਿਟੀ ਐਂਡ ਐਨਵਾਇਰਨਮੈਂਟ, ਬੱਚੇ ਦੀ ਡਿਵੈਲਪਮੈਂਟ ਲਈ। ਬਿਲਕੁਲ। ਇਹ ਕਦਰਾਂ ਕੀਮਤਾਂ ਜਿਹੜੀਆਂ ਅਸੀਂ ਗੱਲ ਕਰਦੇ ਨਾ, ਮੇਰਾ ਕਿਸ ਤਰ੍ਹਾਂ ਦਾ ਮੇਰੀ ਵਿਰਾਸਤ ਆ, ਮੇਰਾ ਜੱਦ ਕਿੱਦਾਂ ਦੀ ਆ, ਉਹ ਮੈਨੂੰ ਮੇਰੇ ਅੰਦਰ ਆ। ਬਿਲਕੁਲ। ਲੇਕਿਨ ਮੇਰੀ ਮੰਨ ਲਓ ਕਿਸੇ ਬੱਚੇ ਦੀ ਜਾਂ ਮੇਰੀ ਜੱਦ ਮਾੜੀ ਆ, ਹੁਣ ਅਸੀਂ ਉਹਨੂੰ ਜੱਦ ਨੂੰ ਚੇਂਜ ਕਰਨਾ, ਚੇਂਜ ਕਰਨ ਲਈ ਉਹਨੂੰ ਮਾਹੌਲ ਦੇਣਾ ਪੈਣਾ। ਮਾਹੌਲ ਕਿਹਦੇ ਨਾਲ? ਸਕੂਲ ਨੇ। ਬਿਲਕੁਲ। ਸਕੂਲ ਦੇ ਵਿੱਚ ਜਿਸ ਵੇਲੇ ਉਹਨੂੰ ਵਧੀਆ ਗੱਲਾਂ ਮਿਲਣੀਆਂ, ਵਧੀਆ ਮਾਹੌਲ ਮਿਲਣਾ, ਵਧੀਆ ਅਧਿਆਪਕ ਮਿਲਣੇ ਆ, ਤੇ ਉਹ ਜਿਹੜੇ ਜੱਦ ਦਾ ਪ੍ਰਭਾਵ ਆ, ਉਹਦੀ ਹੈਰੀਡਿਟੀ ਦੇ ਪ੍ਰਭਾਵ ਉਹ ਖਤਮ ਹੋ ਜਾਏਗਾ। ਬਿਲਕੁਲ। ਤੇ ਉਹਦੇ ਅੰਦਰ ਨਵਾਂ ਬੂਟਾ, ਜਿੱਦਾਂ ਪੇਂ ਚੜਾਉਂਦੇ ਆ ਆਪਾਂ, ਬੂਟੇ ਨੂੰ ਪੇਂ ਚੜ ਜਾਣੀ ਆ। ਬਿਲਕੁਲ। ਸੋ ਇਸ ਤਰ੍ਹਾਂ ਅਸੀਂ ਉਹਨੂੰ ਬਦਲ ਸਕਦੇ ਹਾਂ। ਬਿਲਕੁਲ ਜੀ, ਇਸੇ ਤਰ੍ਹਾਂ ਬਦਲਿਆ ਜਾ ਸਕਦਾ ਹੈ ਜੇ ਮਾਪੇ, ਜੇ ਅਧਿਆਪਕ, ਜੇ ਸਾਡੀ ਸੰਗਤ ਸੁਚੇਤ ਹੋਵੇ ਤੇ ਅਸੀਂ ਇੱਕ ਵਧੀਆ ਸਮਾਜ ਸਿਰਜੀਏ, ਬੱਚਿਆਂ ਨੂੰ ਦੱਸੀਏ ਕਿ ਜੀਵਨ ਜੀਣ ਦਾ ਢੰਗ ਕੀ ਹੈ। ਅਸੀਂ ਮਾਪਿਆਂ ਦੀ ਗੱਲ ਕੀਤੀ, ਸਕੂਲਾਂ ਤੋਂ ਬਾਅਦ ਅਧਿਆਪਕਾਂ ਦੀ ਵੀ ਗੱਲ ਕਰਾਂਗੇ, ਪਰ ਫਿਲਹਾਲ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਸਮਾਂ ਹੋ ਗਿਆ ਹੈ ਕਿ ਗੀਤ ਸ਼ਾਮਲ ਕਰ ਲਈਏ। ਆਓ ਜੁੜਦੇ ਹਾਂ ਜੀ ਗੀਤ ਦੇ ਨਾਲ। ਹੌਲੀ ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ, ਅਸੀਂ ਤੈਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ, ਹੌਲੀ ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ, ਤੂੰ ਚੜ੍ਹ ਕੇ ਉਹ ਆਕਾਸ਼, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ। ਸਾਡੀਆਂ ਹੀ ਬਿੱਲੀਆਂ ਮਿਆਉ ਸਾਨੂੰ ਕਹਿੰਦੀਆਂ, ਉਂਗਲੀ ਫੜਾਈ ਜਦੋਂ ਪੌਂਚਾ ਫੜ ਲੈਂਦੀਆਂ, ਸਾਡੀਆਂ ਹੀ ਬਿੱਲੀਆਂ ਮਿਆਉ ਸਾਨੂੰ ਕਹਿੰਦੀਆਂ, ਉਂਗਲੀ ਫੜਾਈ ਜਦੋਂ ਪੌਂਚਾ ਫੜ ਲੈਂਦੀਆਂ, ਬਾਹਰੋਂ ਮਿੱਠੀਆਂ ਤੇ ਅੰਦਰੋਂ ਖਟਾਸ, ਬਾਹਰੋਂ ਮਿੱਠੀਆਂ ਤੇ ਅੰਦਰੋਂ ਖਟਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ। ਸਾਡੇ ਕੋਲ ਖੰਜਰੀ, ਕਿੰਨਾ ਚਿਰ ਵੇਖਾਂਗੇ ਕਲੋਲ ਕਰੂ ਕੰਜਰੀ, ਤੇਰੇ ਕੋਲ ਤਾਨਪੂਰੇ, ਸਾਡੇ ਕੋਲ ਖੰਜਰੀ, ਕਿੰਨਾ ਚਿਰ ਵੇਖਾਂਗੇ ਕਲੋਲ ਕਰੂ ਕੰਜਰੀ, ਕਦੇ ਭੁੱਲੀਏ ਨਾ ਆਪਣੀ ਔਕਾਤ, ਕਦੇ ਭੁੱਲੀਏ ਨਾ ਆਪਣੀ ਔਕਾਤ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ। ਗੱਡੀ ਆਈ ਤੇ ਸੁਹਾਗੇ ਉੱਤੇ ਮਾਣ ਨਹੀਂ, ਲੰਘ ਜਾਵੇ ਹਾਥੀ ਨਹੀਂ ਤੇ ਪੂਛ ਦਿੰਦਾ ਜਾਣ ਨਹੀਂ, ਗੱਡੀ ਆਈ ਤੇ ਸੁਹਾਗੇ ਉੱਤੇ ਮਾਣ ਨਹੀਂ, ਲੰਘ ਜਾਵੇ ਹਾਥੀ ਨਹੀਂ ਤੇ ਪੂਛ ਦਿੰਦਾ ਜਾਣ ਨਹੀਂ, ਅਸੀਂ ਹੁੰਨੇ ਆ ਗੁਰਾਂ ਦੇ ਦਾਸ, ਅਸੀਂ ਹੁੰਨੇ ਆ ਗੁਰਾਂ ਦੇ ਦਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ। ਦੋਸਤੋ, ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਬੱਚਿਆਂ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਿਵੇਂ ਕੀਤਾ ਜਾ ਸਕੇ। ਇਹ ਸੁੰਦਰ ਗੱਲਬਾਤ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ ਸ਼੍ਰੀ ਬਲਜਿੰਦਰ ਮਾਨ ਜੀ, ਜੋ ਕਿ ਸ਼੍ਰੋਮਣੀ ਬਾਲ ਸਾਹਿਤਕਾਰ ਨੇ। ਇਹ ਮਾਨ ਸਾਹਿਬ, ਆਪਾਂ ਗੱਲ ਕੀਤੀ ਗਾਣੇ ਤੋਂ ਪਹਿਲਾਂ ਜੀ ਪਰਿਵਾਰ ਦੀ, ਹਾਂਜੀ, ਤਾਂ ਹਲਕੀ ਹਲਕੀ ਗੱਲ ਹੋਈ ਸ਼ੁਰੂ ਸਕੂਲ ਦੀ ਵੀ ਗੱਲ ਕਰਨੀ ਹੈ, ਆਪਾਂ ਅਧਿਆਪਕਾਂ ਦੇ ਰੋਲ ਦੀ ਵੀ ਗੱਲ ਕਰਨੀ ਹੈ, ਪਰ ਮੇਰੇ ਇੱਕ ਜ਼ਿਹਨ ਦੇ ਵਿੱਚ ਸਵਾਲ ਆ ਰਿਹਾ ਹੈ ਕਿ ਜਦੋਂ ਬੱਚਾ ਘਰ ਦੇ ਵਿੱਚੋਂ ਨਿਕਲਦਾ ਹੈ ਨਾ,
ਖੇਡਣ ਲੱਗਦਾ ਹੈ, ਖੇਡਣ ਦਾ ਉਹਦਾ ਦੌਰ ਆਉਂਦਾ ਹੈ, ਜਿਸ ਨੂੰ ਅਸੀਂ ਕਿਸ਼ੋਰ ਅਵਸਥਾ ਕਹਿ ਦਿੰਦੇ ਹਾਂ ਜਾਂ ਬਾਲਪੁਣਾ ਕਹਿ ਦਿੰਦੇ ਹਾਂ। ਤੇ ਬੱਚਾ ਗਲੀ ਦੇ ਵਿੱਚ ਜਾਂਦਾ ਹੈ, ਵਿਹੜੇ ਤੋਂ ਬਾਹਰ ਨਿਕਲਦਾ ਹੈ, ਸੜਕਾਂ ਦੇ ਉੱਤੇ ਆਪਣੀ ਇੱਕ ਢਾਣੀ ਬਣਾ ਕੇ ਬੱਚਿਆਂ ਦੀ ਦੇ ਵਿੱਚ ਖੇਡਦਾ ਹੈ। ਹੌਲੀ ਹੌਲੀ ਫਿਰ ਉਸ ਤੋਂ ਵੱਡਾ ਹੁੰਦਾ ਹੈ, ਫਿਰ ਸੰਗਤ ਦਾ ਰੰਗ ਦਿਖਣਾ ਸ਼ੁਰੂ ਹੋ ਜਾਂਦਾ ਹੈ। ਸੰਗਤ ਦਾ ਰੰਗ ਬੱਚੇ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਂਦਾ ਹੈ ਨੈਤਿਕ ਕਦਰਾਂ ਕੀਮਤਾਂ ਦੇ ਸੰਦਰਭ ਤੋਂ? ਸ਼ੁਕਰਗੁਜ਼ਾਰ ਜੀ, ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਖਰਬੂਜੇ ਨੂੰ ਖਰਬੂਜਾ ਦੇਖ ਕੇ ਰੰਗ ਫੜਦਾ। ਬਿਲਕੁਲ ਬਿਲਕੁਲ। ਇਹ ਕਹਾਵਤ ਜੈਸੀ ਸੰਗਤ ਬੈਠੀਏ ਤੈਸੀ ਫਲਦੀ ਨਾ। ਸਭ ਤੋਂ ਵੱਡਾ ਪ੍ਰਭਾਵ ਮਨੁੱਖੀ ਮਨ ਤੇ ਸੰਗਤ ਦਾ ਆ। ਜਦੋਂ ਅਸੀਂ ਬਾਲ ਮਨੋਵਿਗਿਆਨ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਕੀ ਆ, ਜਿਹੜਾ ਉਹਦੇ ਸਭ ਤੋਂ ਨੇੜੇ ਦਾ ਵਿਅਕਤੀ ਆ, ਉਹਦੇ ਗੁਣ ਉਹਦੇ ਅੰਦਰ ਪ੍ਰਵੇਸ਼ ਕਰਨੇ ਆ। ਬਿਲਕੁਲ। ਇੱਕ ਸਾਡੀ ਹੋਰ ਕਹਾਵਤ ਆ ਕਿ ਗੁਆਂਢੀ ਦਾ ਰੂਪ ਨਾ ਆਵੇ ਮੱਤ ਆ ਜਾਂਦੀ ਹੈ। ਮੱਤ ਆ ਜਾਂਦੀ, ਬਿਲਕੁਲ। ਉਹਦਾ ਅਰਥ ਵੀ ਇਹੀ ਆ। ਬਿਲਕੁਲ ਬਿਲਕੁਲ। ਵੀ ਜਿਹੋ ਜਿਹੇ ਸਾਡੇ ਆਲੇ ਦੁਆਲੇ ਸਾਡੇ ਨਾਲ ਸੱਜਣ ਮਿੱਤਰ ਹੋਣਗੇ, ਉਹਨਾਂ ਦੇ ਗੁਣ ਦੋਸ਼ ਸਾਡੇ ਅੰਦਰ ਆਉਣਗੇ। ਸੋ ਉਹ ਜਿਹੜਾ ਜੀਵਨ ਤੁਸੀਂ ਕਿਸ਼ੋਰ ਅਵਸਥਾ ਦੀ ਕੀਤੀ ਹੈ ਨਾ, ਅਡੋਲਸੈਂਸ ਪੀਰੀਅਡ, ਜਿਹੜਾ ਬੜਾ ਹੀ ਮਹੱਤਵਪੂਰਨ ਹੁੰਦਾ। ਇਹਦੇ ਵਿੱਚ ਸਰੀਰਕ ਮਾਨਸਿਕ ਤੌਰ ਤੇ ਬੱਚੇ ਦੇ ਅੰਦਰ ਪਰਿਵਰਤਨ ਆਣੇ ਹੁੰਦੇ ਆ। ਬਿਲਕੁਲ। ਇੱਕ ਸ਼ਾਇਰ ਨੇ ਲਿਖਿਆ, ਬਹੁਤ ਵਧੀਆ ਲਾਈਨਾਂ ਆ, ਉਮਰ ਜਵਾਨੀ ਤਿਲਕਣ ਹੁੰਦੀ, ਹਰ ਇੱਕ ਨੂੰ ਤਿਲਕਾਵੇ, ਇਸ ਉਮਰ ਦਾ ਤਿਲਕਿਆ ਬੰਦਾ ਪੈਰੀਂ ਕਦੇ ਨਾ ਆਵੇ। ਬਿਲਕੁਲ। ਸੋ ਇਹ ਉਮਰ ਬਹੁਤ ਹੀ ਸੰਭਾਲਣ ਦੀ ਹੁੰਦੀ ਆ, ਸੰਭਲਣ ਦੀ ਹੁੰਦੀ ਆ, ਬਚਾਉਣ ਦੀ ਹੁੰਦੀ ਆ। ਬੱਚੇ ਨੂੰ ਬਚਾਉਣਾ ਕਿਹਨਾਂ, ਸੰਭਾਲਣਾ ਕਿਹਨਾਂ? ਪਹਿਲੇ ਨੰਬਰ ਤੇ ਮਾਪੇ ਆ, ਦੂਜੇ ਨੰਬਰ ਤੇ ਅਧਿਆਪਕ ਆ। ਬਿਲਕੁਲ। ਤੀਜੀ ਜਿਹੜੀ ਗੱਲ ਕੀਤੀ ਤੁਸੀਂ ਅਹਿਮ ਸੰਗਤ ਦੀ, ਸੋ ਉਹ ਹੁਣ ਸੰਗਤ ਕਈ ਵਾਰੀ ਤਾਂ ਕੁਦਰਤੀ ਬਣ ਜਾਂਦੀ ਹੈ, ਕਈ ਵਾਰੀ ਅਸੀਂ ਬਣਾਉਂਦੇ ਆ। ਬਿਲਕੁਲ। ਸੋ ਉਹਦੇ ਲਈ ਮਾਪਿਆਂ ਨੂੰ ਬਹੁਤ ਅਹਿਮ ਭੂਮਿਕਾ ਅਦਾ ਕਰਨੀ ਪੈਣੀ ਹੈ ਜੀ ਕਿ ਮੇਰਾ ਬੱਚਾ ਕਿਹਨਾਂ ਦੇ ਨਾਲ ਫਿਰਦਾ ਆ, ਕਿਹਨਾਂ ਦੀ ਸੰਗਤ ਕਰਦਾ ਆ, ਉਹ ਖਿਆਲ ਰੱਖਣਾ ਪੈਣਾ ਹੈ। ਬਿਲਕੁਲ। ਤੇ ਦੂਜਾ, ਜਿਹੜਾ ਕੁਦਰਤੀ ਉਹਦੇ ਨਾਲ ਮਿੱਤਰ ਦੋਸਤ ਬਣੇ ਨੇ, ਉਹਨਾਂ ਬਾਰੇ ਵੀ ਪਤਾ ਹੋਣਾ ਜ਼ਰੂਰੀ ਹੈ ਕਿ ਇਹ ਉਹਨੂੰ ਕੀ ਦੇ ਸਕਦੇ ਨੇ ਜੀ, ਤੇ ਇਹ ਕਿਹੋ ਜਿਹੇ ਨੇ। ਬਿਲਕੁਲ। ਹੁਣ ਇੱਥੇ ਕਿਉਂਕਿ ਬੱਚੇ ਨੇ ਤਾਂ ਸਾਡਾ ਮਨ ਕੀ ਆ, ਅਸੀਂ ਸੌਖੀ ਗੱਲ ਕਰਦੇ ਆ। ਤੁਸੀਂ ਦੇਖੋ ਵੀ ਕਦੀ ਬੱਚੇ ਨੂੰ ਤੁਸੀਂ ਗਾਲਾਂ ਸਿਖਾਈਆਂ, ਬੱਚੇ ਗਾਲਾਂ ਕੱਢਣ ਲੱਗ ਪੈਂਦੇ ਆ। ਬਿਲਕੁਲ। ਤੇ ਚੰਗੀਆਂ ਗੱਲਾਂ ਸਿਖਾਉਣੀਆਂ ਪੈਣੀਆਂ ਤੇ ਮਾੜੀਆਂ ਗੱਲਾਂ ਆਪਣੇ ਆਪ ਆ ਜਾਂਦੀਆਂ। ਸੋ ਚੰਗੀਆਂ ਗੱਲਾਂ ਸਿਖਾਉਣ ਵਾਸਤੇ ਸਾਨੂੰ ਮਿਹਨਤ ਕਰਨੀ ਪੈਂਦੀ ਆ, ਕੋਸ਼ਿਸ਼ ਕਰਨੀ ਪੈਂਦੀ ਆ, ਹਿੰਮਤ ਕਰਨੀ ਪੈਂਦੀ ਆ, ਤੇ ਬੁਰੀਆਂ ਗੱਲਾਂ ਆਪਣੇ ਆਪ ਆਉਂਦੀਆਂ ਜੀ। ਸੋ ਇਸ ਵੇਲੇ ਜਦੋਂ ਬੱਚਾ ਅਡੋਲਸੈਂਸ ਪੀਰੀਅਡ ਦੇ ਵਿੱਚ ਆ, ਅਧਿਆਪਕ ਦੀ ਜ਼ਿੰਮੇਵਾਰੀ, ਮਾਪਿਆਂ ਦੀ ਜ਼ਿੰਮੇਵਾਰੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ ਕਿ ਉਹ ਖਿਆਲ ਰੱਖਣ, ਉਹਨੂੰ ਆਪਣੀ ਨਿਗਾਹ 'ਚ ਰੱਖਣ, ਕਿਹਨਾਂ ਦੇ ਨਾਲ ਜਾਂਦਾ ਆਉਂਦਾ ਆ, ਕਿਹਨਾਂ ਨਾਲ ਬੈਠਦਾ ਉੱਠਦਾ ਆ, ਤੇ ਕੀ ਉਹ ਖੇਡਦਾ ਆ ਤੇ ਕੀ ਕਰਦਾ ਆ। ਜੀ ਬਿਲਕੁਲ। ਮਾਪਿਆਂ ਦੀ ਗੱਲ ਚੱਲੀ ਹੈ, ਬੱਚਿਆਂ ਦੇ ਉੱਤੇ ਵੀ ਬਹੁਤ ਪ੍ਰਭਾਵ ਹੁੰਦਾ ਹੈ ਮਾਪਿਆਂ ਦਾ, ਉਸ ਦੀ ਸੰਗਤ ਦਾ ਪ੍ਰਭਾਵ ਹੁੰਦਾ ਹੈ। ਪਰ ਫਿਰ ਵੀ ਮਾਪਿਆਂ ਨੂੰ ਤਾਂ ਦੱਸਣਾ ਚਾਹੀਦਾ ਹੈ ਨਾ ਬੱਚਿਆਂ ਨੂੰ ਵੀ ਤੇਰਾ ਦੋਸਤ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਜੀ ਜੀ ਬਿਲਕੁਲ। ਦੋਸਤ ਹੀ ਸਭ ਕੁਝ ਹੈ, ਕਿਉਂਕਿ ਦੋਸਤ ਨੇ ਸਾਨੂੰ ਦੇਣਾ, ਦੋਸਤ ਨੇ ਸਾਨੂੰ ਬਣਾਉਣਾ, ਦੋਸਤ ਨੇ ਹੀ ਸਾਨੂੰ ਢਾਉਣਾ। ਜੀ। ਬਣਾਉਣਾ ਤੇ ਢਾਉਣਾ ਦੋ ਹੀ ਸ਼ਬਦ ਸਮਝ ਗਏ ਨਾ। ਸੋ ਇਹ ਗੱਲਾਂ ਜਿਹੜੀਆਂ ਸਾਡੀ ਦੋਸਤੀ ਆ, ਉਹ ਸਾਡੀ ਉਹਨਾਂ ਲੋਕਾਂ ਨਾਲ ਹੋਣੀ ਚਾਹੀਦੀ ਆ, ਉਹਨਾਂ ਨਾਲ ਹੋਣੀ ਚਾਹੀਦੀ ਜਿਹੜੇ ਸਾਡੇ ਤੋਂ ਸਿਆਣੇ ਆ। ਬਿਲਕੁਲ। ਤੇ ਮਾਪਿਆਂ ਦੀ ਮੈਂ ਗੱਲ ਕਰ ਲੈਣਾ ਹਾਂ ਦੋਸਤੀ ਦੇ ਪੱਖੇ ਤੋਂ, ਤੇ ਮਾਪੇ ਵੀ ਸਾਡੇ ਚੰਗੇ ਦੋਸਤ ਬਣ ਸਕਦੇ ਨੇ, ਉਹ ਦੱਸ ਸਕਦੇ ਨੇ ਵੀ ਕਿਸ ਤਰ੍ਹਾਂ ਦਾ ਅਸੀਂ ਬਾਹਰ ਵਿਚਰਨਾ ਹੈ। ਤਾਂ ਫਿਰ ਜਦੋਂ ਮਾਪਿਆਂ ਦੇ ਨਾਲ ਇੱਕ ਵਧੀਆ ਰਿਸ਼ਤਾ ਹੁੰਦਾ ਹੈ ਤਾਂ ਬੱਚੇ ਵੀ ਦੱਸਦੇ ਨੇ ਵੀ ਅੱਜ ਮੈਂ ਆਹ ਗੱਲ ਕੀਤੀ। ਨਹੀਂ ਤੇ ਕਈ ਵਾਰੀ ਬੱਚਾ ਲੁਕਾ ਜਾਂਦਾ ਹੈ, ਤਾਂ ਉਹ ਜਿਹੜਾ ਲੁਕਾਉਣ ਵਾਲੀ ਗੱਲ ਹੁੰਦੀ ਹੈ ਨਾ, ਉਹ ਇੰਨੀ ਮਨ ਤੇ ਪ੍ਰਭਾਵ ਹੋ ਜਾਂਦੀ ਹੈ ਕਿ ਨੈਤਿਕ ਕਦਰਾਂ ਤੋਂ, ਕੀਮਤਾਂ ਤੋਂ ਟੁੱਟ ਕੇ ਬੱਚਾ ਹੋਰ ਹੀ ਬੰਨੇ ਤੁਰ ਪੈਂਦਾ ਹੈ। ਸ਼ੁਕਰਗੁਜ਼ਾਰ ਜੀ, ਜਿਹੜੀ ਲੁਕਾਉਣ ਦੀ ਗੱਲ ਆ ਉਹ ਵੀ ਅਸੀਂ ਦੱਸੀ ਆ ਵੱਡਿਆਂ ਨੇ। ਬੱਚਾ ਝੂਠ ਨਹੀਂ ਬੋਲਦਾ ਜੀ। ਪਹਿਲਾ ਝੂਠ ਅਸੀਂ ਸਿਖਾਇਆ। ਕਦੋਂ ਸਿਖਾਇਆ? ਮੈਂ ਅੰਦਰ ਬੈਠਾ, ਮੈਂ ਆਪਣੇ ਬੱਚੇ ਨੂੰ ਕਿਹਾ ਵੀ ਬਾਹਰ ਮਿਲਣ ਆਇਆ, ਕਹਦੇ ਡੈਡੀ ਘਰ ਨਹੀਂ। ਡੈਡੀ ਘਰ ਨਹੀਂ। ਕਿਹੜਾ ਸਬਕ ਸਿਖਾਤਾ ਉਹਨੂੰ? ਝੂਠ ਦਾ। ਬਿਲਕੁਲ। ਝੂਠ ਬੋਲਣ ਦਾ ਸਬਕ ਅਸੀਂ ਸਿਖਾਇਆ ਨਾ। ਇਸ ਕਰਕੇ ਜ਼ਿੰਮੇਵਾਰ ਅਸੀਂ ਆ। ਹੁਣ ਅਸੀਂ ਦੋਸ਼ੀ ਬੱਚਿਆਂ ਨੂੰ ਕਹਿੰਦੇ ਆ, ਨੌਜਵਾਨਾਂ ਨੂੰ ਕਹਿੰਦੇ ਆ। ਦੋਸ਼ੀ ਕੌਣ? ਅਸੀਂ ਵੱਡੇ। ਬਿਲਕੁਲ। ਜਿਹਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ। ਲੋੜ ਸਾਨੂੰ ਜ਼ਿੰਮੇਵਾਰੀ ਨਿਭਾਉਣ ਦੀ ਆ। ਜਿਹੜੀ ਤੁਸੀਂ ਗੱਲ ਕਰਦੇ ਆ ਕਿ ਸੰਗਤ ਦਾ ਅਸਰ, ਮਿੱਤਰਾਂ ਦੋਸਤਾਂ ਦਾ ਅਸਰ, ਪਰਿਵਾਰ ਦਾ ਅਸਰ, ਇਹ ਪੈਣਾ ਆ। ਤੇ ਪਰਿਵਾਰ ਨੂੰ ਹੀ ਦੂਜਾ ਕੀ ਆ, ਹਾਣੀ ਬਣਨ ਦੀ ਗੱਲ। ਜਿਹੜਾ ਬੱਚਾ ਆ ਨਾ, ਜਿਸਲੇ ਬੱਚੇ ਨੂੰ ਅਸੀਂ ਹਦਾਇਤ ਕਰਦੇ ਹਾਂ, ਉਹ ਕਹਿੰਦਾ ਲੋੜ ਨਹੀਂ, ਉਹ ਸੁਣਦਾ ਨਹੀਂ। ਜਦੋਂ ਅਸੀਂ ਬੱਚੇ ਨੂੰ ਆਪਣਾ ਮਿੱਤਰ ਬਣਾ ਲੈਂਦੇ ਆ, ਉਹਦੇ ਹਾਣੀ ਬਣ ਕੇ ਗੱਲ ਕਰਦੇ ਆ, ਸਮਝਦਾ, ਉਹ ਫਿਰ ਸਮਝਦਾ ਵੀ ਹਾਂ ਇਹ ਮੇਰੀ ਗੱਲ ਕਰ ਰਿਹਾ, ਕਿਉਂਕਿ ਅਸੀਂ ਉਹਦੀ ਉਮਰ 'ਚ ਆ ਜਾਂਦੇ ਆ। ਬਿਲਕੁਲ। ਜਿਹੜਾ ਟੀਚਰ ਆ, ਟੀਚਰ ਜਿਹੜੇ ਸਿਖਾਉਂਦਾ ਹੈ ਸਾਨੂੰ, ਉਹ ਉਹਦੀ ਉਮਰ 'ਚ ਆ ਕੇ ਸਿਖਾਉਂਦਾ।
ਤਾਂ ਬੱਚਾ ਸਿੱਖਦਾ। ਜੇ ਉਹਦੇ ਵਿੱਚ ਗੈਪ ਜ਼ਿਆਦਾ ਹੈ ਨਾ, ਬੱਚਾ ਸਿੱਖੂਗਾ ਨਹੀਂ। ਬਿਲਕੁਲ। ਤੇ ਬੱਚੇ ਨੇ ਬੇਸ਼ੱਕ ਸਮਾਂ ਘਰ ਦੇ ਵਿੱਚ ਬਿਤਾਉਣਾ ਹੈ, ਉਸਨੇ ਰਹਿਣਾ ਵੀ ਹੈ, ਸੌਣਾ ਵੀ ਹੈ। ਜਦੋਂ ਅਸੀਂ ਸ਼ਾਇਦ ਪੜ੍ਹਦੇ ਸਾਂ ਉਦੋਂ ਸ਼ਾਇਦ ਇਹ ਹੁੰਦਾ ਸੀ ਕਿ 8 ਵਜੇ ਤੋਂ ਲੈ ਕੇ 12 ਵਜੇ ਤੱਕ ਸਕੂਲ ਹੁੰਦਾ ਸੀ ਤੇ ਅਸੀਂ ਛੇਤੀ ਘਰ ਆ ਜਾਂਦੇ ਹਾਂ। ਪਰ ਹੁਣ ਤੇ 8 ਵਜੇ ਤੋਂ ਲੈ ਕੇ ਸ਼ਾਮੀ 4-4 5-5 ਕਿ 7-7 ਵਜੇ ਤੱਕ ਜਦੋਂ ਟਿਊਸ਼ਨਾਂ ਦੇ ਬੱਚੇ ਰਹਿੰਦੇ ਨੇ ਤੇ ਉਹ ਵਾਕਈ ਹੀ ਘਰ ਬੱਚਾ ਸੌਣ ਆਉਂਦਾ ਹੈ। ਤਾਂ ਅਧਿਆਪਕ ਦਾ ਬੜਾ ਪ੍ਰਭਾਵ ਪੈਂਦਾ ਹੈ, ਅਧਿਆਪਕ ਦਾ ਰੋਲ ਵੀ ਬੜੇ ਮਾਇਨੇ ਰੱਖਦਾ ਹੈ। ਤੇ ਤੁਸੀਂ ਅਧਿਆਪਨ ਦੇ ਇਸ ਵਿਸ਼ੇ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਕਿਵੇਂ ਜੋੜਦੇ ਹੋ, ਉਹਨਾਂ ਦੇ ਰੋਲ ਨੂੰ ਕਿਵੇਂ ਜੋੜਦੇ ਹੋ? ਅਧਿਆਪਕ ਦੀ ਜੀਵਨ ਦੇ ਵਿੱਚ ਅਹਿਮ ਭੂਮਿਕਾ ਆ। ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਨਿੱਕੀ ਜਿਹੀ। ਪੁਰਾਣੇ ਜ਼ਮਾਨੇ 'ਚ ਬਜ਼ੁਰਗਾਂ ਨੇ ਕਹਾਣੀ ਸੁਣਾਈ ਹੈ ਇਹੋ ਜੀ, ਕਿ ਇੱਕ ਔਰਤ ਕਿਸੇ ਬਜ਼ੁਰਗ ਕੋਲ ਆਪਣੇ ਬੱਚੇ ਨੂੰ ਲੈ ਕੇ ਗਈ ਵੀ ਗੁੜ ਬਹੁਤ ਖਾਂਦਾ। ਤੇ ਉਹ ਪੁਰਾਣੇ ਜ਼ਮਾਨੇ 'ਚ ਤੁਹਾਨੂੰ ਪਤਾ ਸੰਤਾਂ ਮਹਾਂਪੁਰਸ਼ਾਂ ਕੋਲ ਜਾਂਦੇ ਸੀ ਸਾਰੇ। ਬਿਲਕੁਲ। ਤੇ ਉਹਨਾਂ ਕੋਲ ਗਏ ਤਾਂ ਜਿਸਲੇ ਗਏ ਤਾਂ ਉਹ ਬਜ਼ੁਰਗ ਜਿਹੜੇ ਬਾਬੇ ਸੀਗੇ ਉਹ ਕਹਿੰਦੇ ਬੀਬੀ ਅਗਲੇ ਐਤਵਾਰ ਆਈ। ਉਹ ਮੁੜ ਆਈ। ਅਗਲੇ ਐਤਵਾਰ ਫੇਰ ਗਈ, ਫੇਰ ਉਹੀ ਗੱਲ ਕਹੀ ਵੀ ਬਾਬਾ ਜੀ ਇਹ ਬੇਟਾ ਮੇਰਾ ਗੁੜ ਬਹੁਤ ਖਾਂਦਾ ਵੀ ਇਹਨੂੰ ਕਰੋ ਕੁਛ। ਉਹ ਕਹਿੰਦੇ ਕੋਈ ਗੱਲ ਨਹੀਂ ਬੇਟਾ ਅਗਲੇ ਐਤਵਾਰ ਆਈ। ਬੀਬੀ ਥੋੜ੍ਹੀ ਜਿਹੀ ਪਰੇਸ਼ਾਨ ਵੀ ਹੋਈ, ਗੁੱਸਾ ਵੀ ਆਇਆ ਵੀ ਪਿਛਲੇ ਐਤਵਾਰ ਵੀ ਆਈ ਸੀ, ਹੁਣ ਅਗਲੇ ਐਤਵਾਰ ਦੇ ਫੇਰ ਕਹਿ ਦਿੱਤਾ। ਜਦੋਂ ਤੀਸਰੇ ਐਤਵਾਰ ਗਈ ਤਾਂ ਤੇ ਬਾਬਾ ਜੀ ਨੇ ਕੀ ਕੀਤਾ, ਉਹ ਜਿਹੜੇ ਦੱਸਿਆ ਵੀ ਇਹ ਗੁੜ ਖਾਂਦਾ, ਉਹਨੂੰ ਪਿਆਰ ਦੇ ਨਾਲ ਫੜਿਆ, ਉਹਨੂੰ ਪਲੋਸਿਆ ਤੇ ਉਹਨੂੰ ਕਹਿੰਦੇ ਬੇਟੇ ਗੁੜ ਨਾ ਖਾਇਆ ਕਰ। ਤੇ ਇਹ ਗੱਲ ਸੁਣ ਕੇ ਬੀਬੀ ਨੂੰ ਤਾਂ ਆ ਗਿਆ ਗੁੱਸਾ। ਉਹ ਕਹਿੰਦੀ ਬਾਬਾ ਇਹ ਗੱਲ ਪਹਿਲੇ ਦਿਨ ਕਹਿੰਦਾ। ਤੇ ਜਿਹੜੀ ਗੱਲ ਬਾਬਾ ਜੀ ਨੇ ਕਹੀ ਉਹ ਬੜੀ ਅਹਿਮ ਆ। ਕਹਿੰਦੇ ਬੀਬਾ ਜਿੱਦਣ ਤੁਸੀਂ ਪਹਿਲੇ ਐਤਵਾਰ ਆਏ ਸੀ ਉਦੋਂ ਮੈਂ ਗੁੜ ਖਾਧਾ ਆਇਆ ਸੀ ਖੁਦ। ਹੁਣ ਮੈਂ 15 ਦਿਨ ਗੁੜ ਨਹੀਂ ਖਾਧਾ। ਹੁਣ ਮੈਂ ਇਹ ਸ਼ਬਦ ਕਹਿਣ ਦੇ ਯੋਗ ਹੋਇਆ ਕਿ ਬੇਟਾ ਗੁੜ ਨਾ ਖਾਇਆ ਕਰ। ਸੋ ਜਿਹੜੀ ਤੁਸੀਂ ਟੀਚਰ ਦੀ ਗੱਲ ਕਰਦੇ ਆ, ਪਹਿਲਾਂ ਟੀਚਰ ਨੂੰ ਆਪਣੇ ਅੰਦਰ ਉਹ ਗੁਣ ਭਰਨੇ ਪੈਣੇ ਆ ਜੋ ਅਸੀਂ ਬੱਚਿਆਂ ਨੂੰ ਦੇਣੇ ਆ, ਫਿਰ ਬੱਚੇ ਨੇ ਗੁਣਵਾਨ ਬਣਨਾ। ਜੇ ਮੇਰੇ ਤੌਰ ਤਰੀਕੇ ਗਲਤ ਨੇ ਇੱਕ ਅਧਿਆਪਕ ਹੋਣ ਦੇ ਨਾਤੇ, ਤੇ ਬੱਚੇ ਮੇਰੇ ਕਿੱਦਾਂ ਗੁਣਵਾਨ ਬਣ ਜਾਣਗੇ, ਕਿੱਦਾਂ ਅਸੀਂ ਉਮੀਦ ਰੱਖ ਸਕਦੇ ਹਾਂ? ਬਿਲਕੁਲ। ਟੀਚਿੰਗ ਇਜ਼ ਨਾਟ ਐਵਰੀਬਾਡੀਜ਼ ਕੱਪ ਆਫ ਟੀ। ਟੀਚਰ ਨੂੰ ਬੱਚੇ ਦੇ ਮਾਨਸਿਕਤਾ ਨੂੰ ਪੜ੍ਹਨਾ ਪੈਣਾ। ਬਿਲਕੁਲ। ਵੀ ਬੱਚੇ ਦੇ ਮਨ ਅੰਦਰ ਹੈ ਕੀ, ਉਹਨੂੰ ਅਸੀਂ ਉਜਾਗਰ ਕਿਵੇਂ ਕਰਨਾ, ਬੱਚੇ ਦੀ ਸੋਚ ਕੀ ਆ। ਜਿੱਦਾਂ ਮੈਂ ਪਹਿਲਾਂ ਗੱਲ ਕਰਕੇ ਆਇਆ ਵੀ ਪਹਿਲਾਂ ਹੋ ਸਕਦਾ ਬੱਚੇ ਅੰਦਰ ਨੈਗੇਟਿਵਿਟੀ ਜ਼ਿਆਦਾ ਹੋਵੇ, ਉਹਦਾ ਪਰਿਵਾਰ ਦਾ ਉਹਦੇ ਅੰਦਰ ਨੈਗੇਟਿਵ ਪ੍ਰਭਾਵ ਹੋਵੇ ਜੀ, ਉਹਨੂੰ ਅਸੀਂ ਵਾਤਾਵਰਣ ਦੇ ਕੇ ਉਸ ਪ੍ਰਭਾਵ ਨੂੰ ਖਤਮ ਕਰਨਾ ਤੇ ਪੋਜ਼ਿਟਿਵ ਸਿਰਜਣਾ ਜੀ। ਇਹ ਅਧਿਆਪਕਾਂ ਦੀ ਗੱਲ ਚੱਲਦੀ ਹੈ, ਸਕੂਲਾਂ ਦੀ ਗੱਲ ਚੱਲਦੀ ਹੈ। ਇੱਕ ਵਿਸ਼ਾ ਵੈਲਕਮ ਲਾਈਫ ਸਾਡੇ ਸਟੱਡੀ ਸਿਸਟਮ ਦੇ ਵਿੱਚ ਆਇਆ ਸੀ ਕਿ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੱਸਣੀਆਂ, ਬੱਚਿਆਂ ਨੂੰ ਜੀਵਨ ਜੀਣ ਦਾ ਢੰਗ ਦੱਸਣਾ। ਉਹ ਵੈਲਕਮ ਲਾਈਫ ਵਿਸ਼ੇ ਨੇ ਕਾਫੀ ਕੁਝ ਬੱਚਿਆਂ ਨੂੰ ਵੀ ਦੱਸਿਆ, ਪਰ ਫਿਰ ਵੀ ਸ਼ਾਇਦ ਜਾਗਰੂਕਤਾ ਕਰਕੇ ਉਹ ਵਿਸ਼ਾ ਕਿਤੇ ਨਾ ਕਿਤੇ ਦੱਬਿਆ ਹੈ। ਤੁਸੀਂ ਉਸ ਵਿਸ਼ੇ ਬਾਰੇ ਸਾਨੂੰ? ਨਹੀਂ, ਵਿਸ਼ਾ ਉਹ ਸ਼ੁਕਰਗੁਜ਼ਾਰ ਜੀ ਚੱਲ ਰਿਹਾ। ਅੱਛਾ ਜੀ। ਪਿਛਲੇ ਸਾਲਾਂ ਦੇ ਵਿੱਚ ਲਾਗੂ ਕੀਤਾ ਉਹ, ਤੇ ਉਹ ਮੇਰੇ ਖਿਆਲ ਦੇ ਜਿਹੜੀ ਮੇਰੀ ਨਿੱਜੀ ਰਾਏ ਆ ਉਹਦੇ ਬਾਰੇ ਇਹ ਆ ਵੀ ਦੇਖੋ ਅਸੀਂ ਬੱਚਿਆਂ ਨਾਲ ਨਾ ਅਨਿਆਂ ਕਰ ਰਹੇ ਹਾਂ। ਸਿਲੇਬਸ ਦਾ ਬੋਝ ਇੱਕ ਪਾਸੇ ਅਸੀਂ ਕਹਿੰਦੇ ਵੀ ਬੱਚੇ ਨੂੰ ਮਨੋਵਿਗਿਆਨਕ ਤੌਰ ਤੇ ਪੜ੍ਹਾਉਣਾ ਆ ਜੀ, ਬੱਚੇ ਦਾ ਸਿਲੇਬਸ ਘਟਾਉਣਾ ਆ, ਲੇਕਿਨ ਅਸੀਂ ਉਹਦੇ ਵਾਸਤੇ ਦਾ ਬੋਝ ਭਾਰਾ ਕਰੀ ਜਾ ਰਹੇ ਹਾਂ ਜੀ ਜੀ। ਤੇ ਅੱਜ ਜਿਹੜਾ 7ਵੀਂ 8ਵੀਂ 'ਚ ਬੱਚਾ ਪੜ੍ਹਦਾ ਉਹ 10 ਵਿਸ਼ੇ ਪੜ੍ਹ ਰਿਹਾ। ਠੀਕ ਹੈ ਜੀ। ਤੇ ਉਸ ਕਰਕੇ ਸਮੱਸਿਆ ਕੀ ਆ, ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਦੀ ਆਪਾਂ ਗੱਲ ਉਹ ਵੈਲਕਮ ਲਾਈਫ 'ਚ ਕੀਤੀ ਆ, ਬਹੁਤ ਵਧੀਆ ਆ, ਉਹ ਹਰੇਕ ਕਲਾਸ ਨੂੰ ਅਸੀਂ ਲਾਤਾ ਜੀ। ਉਹਦੇ ਨਾਲ ਕੀ ਆ, ਬੱਚੇ ਦਾ ਮਾਨਸਿਕ ਬੋਝ ਵਧਿਆ, ਜਦ ਕਿ ਲੋੜ ਸੀ ਘਟਾਉਣ ਦੀ। ਉਹ ਕਿੱਦਾਂ ਘਟਣਾ ਸੀਗਾ, ਜਿਹੜਾ ਸਾਡਾ ਸਿਲੇਬਸ ਚੱਲ ਰਿਹਾ ਪੰਜਾਬੀ ਹਿੰਦੀ ਅੰਗਰੇਜ਼ੀ ਸਾਰਾ ਕੁਝ ਉਹਦੇ ਵਿੱਚ ਚੱਲ ਰਿਹਾ, ਉਹਦੇ ਵਿੱਚ ਇਹੋ ਜਿਹੀਆਂ ਰਚਨਾਵਾਂ, ਇਹੋ ਜਿਹਾ ਗੀਤ, ਇਹੋ ਜਿਹੀਆਂ ਕਹਾਣੀਆਂ, ਇਹੋ ਜਿਹੀਆਂ ਕਵਿਤਾਵਾਂ ਅਸੀਂ ਸ਼ਾਮਲ ਕਰ ਸਕਦੇ ਹਾਂ ਜਿਹੜੀਆਂ ਸਾਨੂੰ ਨੈਤਿਕਤਾ ਸਿਖਾਉਂਦੀਆਂ। ਲੋੜ ਸਿਲੇਬਸ ਨੂੰ ਵਿਚਾਰ ਕੇ ਮੁੜ ਨਿਰਧਾਰਿਤ ਕਰਨ ਦੀ ਆ, ਤਾਂ ਕਿ ਬੱਚਾ ਕੁਦਰਤੀ ਸੁਭਾਵਿਕ ਤੌਰ ਤੇ ਜਿਹੜੀਆਂ ਉਹ ਗੱਲਾਂ ਪੜ੍ਹਦਾ ਆ ਉਹਨੂੰ ਆਪਣੇ ਜੀਵਨ 'ਚ ਅਪਣਾਵੇ ਜੀ। ਬਿਲਕੁਲ। ਗੱਲ ਕੀ ਆ, ਫਰਕ ਕੀ ਆ, ਸਾਡੀ ਸਮੱਸਿਆ ਕੀ ਆ, ਸਾਡੀ ਸਾਰਿਆਂ ਦੀ ਇਹ ਸਮੱਸਿਆ ਆ ਵੀ ਅਸੀਂ ਪੜ੍ਹ ਕੇ ਡਿਗਰੀਆਂ ਲੈ ਰਹੇ ਆ ਜੀ, ਕਲਾਸਾਂ ਪਾਸ ਕਰ ਰਹੇ ਆ, ਜੋ ਪੜ੍ਹਿਆ ਉਹਨੂੰ ਪ੍ਰੈਕਟੀਕਲ ਨਹੀਂ ਕਰ ਰਹੇ। ਜਿੱਦਾਂ ਮੈਂ ਬਾਬੇ ਦੀ ਕਹਾਣੀ ਸੁਣਾਈ ਨਾ, ਇੱਦਾਂ ਹੀ ਲੇਖ ਕਹਾਣੀਆਂ ਅਸੀਂ ਬਹੁਤ ਪੜ੍ਹਦੇ ਹਾਂ। ਬਿਲਕੁਲ। ਪਰ ਉਦੋਂ ਸਿੱਖਦੇ ਨਹੀਂ, ਜੇ ਕੁਝ ਸਿੱਖਦੇ ਤਾਂ ਉਹਨੂੰ ਅਪਣਾਉਂਦੇ ਨਹੀਂ ਜੀਵਨ 'ਚ। ਲੋੜ ਤਾਂ ਇਹ ਕਦਰਾਂ ਕੀਮਤਾਂ ਨੂੰ ਜੋ ਸਾਨੂੰ ਸਿਖਾਇਆ, ਸਾਡੇ ਵੱਡਿਆਂ ਨੇ ਸਿਖਾਇਆ, ਕਿਤਾਬਾਂ ਨੇ ਸਿਖਾਇਆ, ਗ੍ਰੰਥਾਂ ਨੇ ਸਿਖਾਇਆ, ਉਹਨਾਂ ਨੂੰ ਜੀਵਨ 'ਚ ਅਪਣਾਉਣ ਦੀ ਆ। ਜੇ ਅਪਣਾਵਾਂਗੇ ਤਾਂ ਕਾਮਯਾਬ ਹੋਵਾਂਗੇ। ਬਿਲਕੁਲ ਜੀ। ਤੇ ਅੱਜ ਦੇ ਦੌਰ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਬੱਚਿਆਂ ਦੇ ਹੱਥ ਵਿੱਚ ਵੀ ਮੋਬਾਈਲ ਹੈ, ਮਾਪਿਆਂ ਦੇ ਹੱਥ ਵਿੱਚ ਵੀ ਮੋਬਾਈਲ ਹੈ ਜੀ। ਸੋਸ਼ਲ ਮੀਡੀਆ ਸਾਡੇ ਤੇ ਬਹੁਤ ਹਾਵੀ ਹੋਇਆ ਪਿਆ ਹੈ। ਸੋਸ਼ਲ ਮੀਡੀਆ ਦੇ ਨਾਲ ਨਾਲ ਜੇ ਮੈਂ ਮੀਡੀਆ ਦੀ ਗੱਲ ਕਰਾਂ ਤਾਂ ਮੀਡੀਆ ਵੀ ਲਗਾਤਾਰ ਹਰੇਕ ਵਰਗ ਨੂੰ ਨਾਲ ਜੋੜ ਕੇ ਬੈਠਾ ਹੈ। ਨੈਤਿਕ ਕਦਰਾਂ ਕੀਮਤਾਂ ਦੇ ਸੰਦਰਭ ਤੋਂ, ਬੱਚਿਆਂ ਦੀ ਜੀਵਨੀ ਦੇ ਸੰਦਰਭ ਤੋਂ ਸੋਸ਼ਲ ਮੀਡੀਆ
ਤੇ ਮੀਡੀਆ ਨੂੰ ਤੁਸੀਂ ਕਿਸ ਤਰ੍ਹਾਂ ਲੈ ਕੇ ਚੱਲਦੇ ਹੋ ਕਿ ਇਹਨਾਂ ਦਾ ਰੋਲ ਕਿਸ ਤਰ੍ਹਾਂ ਦਾ ਹੈ ਜਾਂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਸ਼ੁਕਰੀਆ ਜੀ, ਮੈਂ ਸ਼ੁਰੂ 'ਚ ਗੱਲ ਕੀਤੀ ਹੈ। ਦੇਖੋ, ਜਿਹੜਾ ਮੀਡੀਆ ਹੈ ਨਾ, ਲੋਕਤੰਤਰ ਦਾ ਚੌਥਾ ਥੰਮ ਆ। ਬਿਲਕੁਲ। ਚੌਥੇ ਥੰਮ ਨੇ ਆਪਣੀ ਭੂਮਿਕਾ ਕਿੰਨੀ ਕੁ ਸਾਰਥਕ ਨਿਭਾਈ ਆ, ਇਹ ਵਿਚਾਰਨ ਵਾਲਾ ਵਿਸ਼ਾ ਆ। ਹੁਣ ਅੱਜ ਹਜ਼ਾਰਾਂ ਹੀ ਚੈਨਲ ਚੱਲ ਰਹੇ ਨੇ। ਬਿਲਕੁਲ। ਤੇ ਸਾਨੂੰ ਜੋ ਲੋੜ ਆ ਸਮਾਜ ਨੂੰ, ਜੋ ਸਾਡੇ ਬੱਚਿਆਂ ਨੂੰ ਲੋੜ ਆ, ਸਾਡੇ ਦੇਸ਼ ਕੌਮ ਨੂੰ ਲੋੜ ਆ, ਉਹ ਦੂਰਦਰਸ਼ਨ ਦੇ ਰਿਹਾ। ਤੇ ਬਾਕੀ ਜਿਹੜਾ ਇੰਨਾ ਖਲਾਰਾ ਪਿਆ ਆ, ਤੇ ਉਹ ਕੀ ਦੇ ਰਿਹਾ? ਸੋ ਅੱਜ ਜਿਹੜਾ ਮਨੋਰੰਜਨ ਦਾ ਪੱਧਰ, ਜਾਣਕਾਰੀ ਦਾ ਪੱਧਰ ਤੇ ਹਰ ਚੀਜ਼ ਦਾ ਪੱਧਰ ਗਿਰ ਗਿਆ ਜੀ। ਗਿਰਨ ਦਾ ਕਾਰਨ ਕੀ ਆ? ਸਾਡੇ 'ਚੋਂ ਨੈਤਿਕਤਾ ਖਤਮ ਹੋ ਗਈ। ਚਾਹੇ ਸਾਡੇ ਬੱਚੇ ਨੇ, ਚਾਹੇ ਸਾਡੇ ਆਫੀਸਰ ਨੇ, ਚਾਹੇ ਸਾਡੇ ਕਮਾਂਡਰ ਨੇ, ਚਾਹੇ ਸਾਡੇ ਲੀਡਰ ਨੇ, ਸਾਰਿਆਂ 'ਚੋਂ ਨੈਤਿਕਤਾ ਖਤਮ ਹੋਈ ਆ। ਇਸੇ ਕਰਕੇ ਹੀ ਦੇਸ਼ ਦੇ ਵਿੱਚ ਨਿਘਾਰ ਆ ਰਿਹਾ। ਜੀ ਜੀ। ਇਹ ਵਿਚਾਰਨ ਦੀ ਘੜੀ ਆ ਕਿ ਸਾਡੇ ਬੱਚੇ, ਸਾਡੇ ਨੌਜਵਾਨ ਕਿਸ ਦਿਸ਼ਾ ਵੱਲ ਜਾ ਰਹੇ ਨੇ, ਕੀ ਵਰਤਾਰਾ ਵਾਪਰ ਰਿਹਾ। ਇਹ ਜਿਹੜੀਆਂ ਦੁਖਦਾਈ ਘਟਨਾਵਾਂ ਘਟ ਰਹੀਆਂ ਨੇ, ਇਹ ਸਾਨੂੰ ਸੁਚੇਤ ਕਰਦੀਆਂ ਆ, ਚੁਕੰਨੇ ਕਰਦੀਆਂ ਆ, ਸਾਰਿਆਂ ਨੂੰ ਹੀ, ਇਕੱਲੇ ਮਾਪਿਆਂ ਨੂੰ ਨਹੀਂ, ਅਧਿਆਪਕਾਂ ਨੂੰ ਨਹੀਂ, ਲੀਡਰਾਂ ਨੂੰ ਨਹੀਂ, ਸਭ ਨੂੰ। ਜਿੱਥੇ ਵੀ ਬੰਦਾ ਬੈਠਾ ਉਹਦੀ ਇੱਕ ਜ਼ਿੰਮੇਵਾਰੀ ਬਣਦੀ ਹੈ। ਮੀਡੀਆ ਤੇ ਸੋਸ਼ਲ ਮੀਡੀਆ ਕੀ ਰੋਲ ਅਦਾ ਕਰ ਸਕਦਾ ਹੈ? ਦੇਖੋ, ਇਸ ਵੇਲੇ ਪ੍ਰਭਾਵ ਹੀ ਸਾਰਾ ਇਹਨਾਂ ਦਾ ਹੈ। ਜਿਹੜਾ ਮੀਡੀਆ ਆ, ਉਹਨੂੰ ਸਹੀ ਭੂਮਿਕਾ, ਸਹੀ ਗੱਲਾਂ, ਸਹੀ ਮੈਸੇਜ ਜਿਹੜਾ ਪ੍ਰਚਾਰਿਤ ਕਰਨਾ ਚਾਹੀਦਾ ਜੀ। ਸੋਸ਼ਲ ਮੀਡੀਆ ਤੇ ਦੇਖੋ, ਕੋਈ ਉਹਦੀ ਵਿਸ਼ਵਾਸਯੋਗਤਾ ਹੈ? ਤੁਸੀਂ ਕੋਈ ਗੱਲ ਪਾਤੀ ਆ ਜੀ, ਉਹ ਸੱਚੀ ਆ ਝੂਠੀ ਕਿਸੇ ਨੂੰ ਪਤਾ ਹੀ ਨਹੀਂ। ਕਿਸੇ ਨੂੰ ਪਤਾ ਨਹੀਂ। ਹੁਣ ਦੂਰਦਰਸ਼ਨ ਤੋਂ ਖਬਰ ਆ ਰਹੀ ਆ, ਉਹਦਾ ਜ਼ਿੰਮੇਵਾਰੀ ਹੈ। ਇਸ ਕਰਕੇ ਜਿਹੜੀ ਜਨਤਾ ਦੇ ਵਿੱਚ ਗੱਲ ਜਾ ਰਹੀ ਆ, ਜੋ ਮੈਸੇਜ ਆ ਰਹੇ ਨੇ, ਉਹ ਸੱਚ ਝੂਠ ਦਾ ਨਿਤਾਰਾ ਨਹੀਂ ਹੋ ਰਿਹਾ। ਜਿਹੜਾ ਬੱਚਾ ਆ, ਬੱਚਾ ਪਜ਼ਲ ਹੋਇਆ ਫਿਰਦਾ। ਬਿਲਕੁਲ। ਉਹ ਝੂਠ ਦੀ ਲੜ ਫੜ ਕੇ ਤੁਰ ਪਿਆ ਤੇ ਉਹ ਕਿੱਥੇ ਜਾਏਗਾ? ਸੋ ਮੀਡੀਆ ਦੀ ਭੂਮਿਕਾ ਬਹੁਤ ਅਹਿਮ ਆ, ਇਹਨੂੰ ਅਸੀਂ ਝੁਠਲਾ ਨਹੀਂ ਸਕਦੇ। ਲੇਕਿਨ ਮੀਡੀਆ ਨੂੰ ਸੁਚੇਤ ਹੋ ਕੇ ਕੰਮ ਕਰਨ ਦੀ ਲੋੜ ਆ, ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਆ, ਆਪਣੀ ਭਰੋਸੇਯੋਗਤਾ ਕਾਇਮ ਕਰਨ ਦੀ ਲੋੜ ਆ। ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਬੱਚਿਆਂ ਵਿੱਚ ਕਰਨਾ ਹੈ ਜੀ। ਬਚਪਨ ਵਧੀਆ ਬਣਾਉਣਾ ਹੈ, ਜਵਾਨੀ ਤੇ ਉਸ ਦਾ ਅਗਲਾ ਦੌਰ ਵਧੀਆ ਬਣੇ। ਸੋਸ਼ਲ ਮੀਡੀਆ ਦੇ ਸੰਦਰਭ ਨੂੰ ਮੈਂ ਲੈ ਕੇ ਚੱਲਦਾ ਹਾਂ, ਕਿਉਂਕਿ ਬੱਚੇ ਮੋਬਾਈਲਾਂ ਦੇ ਨਾਲ ਜੁੜੇ ਨੇ, ਹਰੇਕ ਜੋ ਆਨਲਾਈਨ ਚੈਨਲ ਚੱਲਦੇ ਪਏ ਨੇ ਉਹਨਾਂ ਦੇ ਨਾਲ ਜੁੜੇ ਨੇ। ਸੋਸ਼ਲ ਮੀਡੀਆ ਦੇ ਰੋਲ ਬਾਰੇ ਦੱਸੋ ਸਾਨੂੰ। ਦੇਖੋ, ਜਿੱਥੇ ਵੀ ਬੰਦਾ, ਜਿਹੜਾ ਵੀ ਇਸ ਮੀਡੀਆ 'ਚ ਕੰਮ ਕਰ ਰਿਹਾ ਨਾ, ਚਾਹੇ ਤੁਸੀਂ ਬੈਠੇ, ਮੈਂ ਬੈਠਾ, ਕੋਈ ਹੋਰ ਬੰਦਾ ਕੰਮ ਕਰ ਰਿਹਾ ਨਾ, ਉਹਦੀ ਇਹ ਜ਼ਿੰਮੇਵਾਰੀ ਆ। ਇਹ ਬੱਚੇ ਸਾਡੇ ਨੇ, ਇਹ ਦੇਸ਼ ਸਾਡਾ ਆ, ਇਹ ਲੋਕ ਸਾਡੇ ਨੇ। ਅਸੀਂ ਇਹਨਾਂ ਲੋਕਾਂ ਨੂੰ ਨਰੋਏ ਕਰਨਾ ਆ, ਸੁਚੇਤ ਕਰਨਾ ਆ, ਸਮਰੱਥ ਕਰਨਾ ਆ। ਅਸੀਂ ਬੱਚਿਆਂ ਨੂੰ ਰੋਬੋਟ ਨਹੀਂ ਬਣਾਉਣਾ। ਅਸੀਂ ਇਕੱਲੇ ਡਾਕਟਰ, ਇੰਜੀਨੀਅਰ ਜਾਂ ਆਫੀਸਰ ਨਹੀਂ ਬਣਾਉਣੇ। ਪਹਿਲਾਂ ਅਸੀਂ ਇਨਸਾਨ ਬਣਾਉਣੇ ਆ। ਇਨਸਾਨ ਬਣਾਉਣ ਵਾਸਤੇ ਇਨਸਾਨੀ ਕਦਰਾਂ ਕੀਮਤਾਂ, ਜਿਨ੍ਹਾਂ ਨੂੰ ਤੁਸੀਂ ਨੈਤਿਕ ਕਦਰਾਂ ਕੀਮਤਾਂ ਕਹਿੰਦੇ ਆ, ਉਹਨਾਂ ਦਾ ਪ੍ਰਚਾਰ ਪ੍ਰਸਾਰ, ਚਾਹੇ ਕਿਤਾਬੀ ਰੂਪ 'ਚ ਆ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਦੇ ਰੂਪ 'ਚ ਆ, ਤਾਂ ਜਿਹਨੂੰ ਤੁਸੀਂ ਸੋਸ਼ਲ ਮੀਡੀਆ ਕਹਿੰਦੇ, ਇਸ ਮੀਡੀਆ ਦੇ ਰੂਪ 'ਚ ਆ, ਹਰ ਥਾਂ ਤੇ, ਹਰ ਢੰਗ ਦੇ ਨਾਲ ਇਹਦਾ ਪ੍ਰਚਾਰ ਪ੍ਰਸਾਰ ਅੱਜ ਦੇ ਸਮੇਂ 'ਚ ਬਹੁਤ ਲੋੜੀਂਦਾ ਆ। ਔਰ ਮੈਂ ਇਹ ਵੀ ਗੱਲ ਕਹਾਂਗਾ ਵੀ ਸੋਸ਼ਲ ਮੀਡੀਆ ਤੇ ਜਿਹੜੀ ਇੱਕ ਲక్ష్మణ ਰੇਖਾ ਆ, ਉਹ ਵੀ ਹੋਣੀ ਜ਼ਰੂਰੀ ਆ। ਜੀ ਬਿਲਕੁਲ, ਬਹੁਤ ਵਧੀਆ ਗੱਲ ਕੀਤੀ ਕਿ ਲక్ష్మణ ਰੇਖਾ ਜ਼ਰੂਰੀ ਹੈ, ਜਿਸ ਦੇ ਵਿੱਚ ਇੱਕ ਦਾਇਰਾ ਬਣ ਜੇ ਵੀ ਇਹੋ ਜਿਹੀਆਂ ਚੀਜ਼ਾਂ ਹੀ ਪੋਸਟ ਹੋਣੀਆਂ ਚਾਹੀਦੀਆਂ ਨੇ, ਤਾਂ ਹੀ ਬੱਚਿਆਂ ਨੂੰ ਵਧੀਆ ਅਸੀਂ ਰਾਹ ਦੱਸ ਸਕਦੇ ਹਾਂ। ਤੇ ਸਾਡੇ ਬੱਚਿਆਂ ਨੂੰ ਨਿਖਾਰਨਾ ਚਾਹੀਦਾ ਹੈ, ਬੱਚਿਆਂ ਦੇ ਬਚਪਨ ਨੂੰ ਨਿਖਾਰਨਾ ਚਾਹੀਦਾ ਹੈ, ਤਾਂ ਜ਼ਿੰਦਗੀ ਦਾ ਅਗਲਾ ਦੌਰ ਬਣੇਗਾ। ਪਰ ਇਸ ਵਕਤ ਕੀ ਮਹਿਸੂਸ ਹੋ ਰਿਹਾ ਹੈ ਕਿ ਬੱਚਾ ਜਾਂ ਸਾਡੇ ਘਰ ਦੇ ਵਿੱਚ ਜੇ ਮੋਬਾਈਲ ਯੂਜ਼ ਹੋ ਰਿਹਾ ਹੈ, ਤਾਂ ਅਸੀਂ ਦੂਰ ਤੱਕ ਗੁੱਡ ਮਾਰਨਿੰਗ, ਗੁੱਡ ਨਾਈਟ ਦੇ ਮੈਸੇਜ ਤੇ ਭੇਜ ਰਹੇ ਹਾਂ, ਪਰ ਘਰ ਵਿੱਚ ਜੇ ਬਜ਼ੁਰਗ ਬੈਠੇ ਨੇ, ਮਾਪੇ ਬੈਠੇ ਨੇ, ਸ਼ਾਇਦ ਅਸੀਂ ਉਹਨਾਂ ਨੂੰ ਨਹੀਂ ਪੁੱਛ ਰਹੇ। ਤੇ ਕਿਤੇ ਨਾ ਕਿਤੇ ਸਤਿਕਾਰ ਦੀ ਭਾਵਨਾ ਵੀ ਘਟੀ ਹੈ, ਕਿਤੇ ਨਾ ਕਿਤੇ ਜੇ ਮਾਪੇ ਕੁਝ ਦੱਸਦੇ ਨੇ ਤੇ ਬੱਚੇ ਨਹੀਂ ਮੰਨਦੇ, ਸਹਿਣਸ਼ੀਲਤਾ ਦੀ ਭਾਵਨਾ ਵੀ ਘਟੀ ਹੈ। ਤੁਸੀਂ ਇਸ ਨੂੰ ਕਿੱਦਾਂ ਲੈਂਦੇ? ਉਹੀ ਗੱਲ ਮੈਂ ਕੀਤੀ ਆ ਨਾ, ਵੀ ਜਿਹੜੀ ਇੱਕ ਗੀਤ ਦਾ ਬੋਲ ਆ, ਬਜ਼ੁਰਗਾਂ ਦਾ ਕਰਾਂ ਸਤਿਕਾਰ ਬੇਲੀਆ, ਰੱਜ ਰੱਜ ਮਿਲਦਾ ਪਿਆਰ ਬੇਲੀਆ। ਦੇਖੋ, ਜਿੰਨਾ ਅਸੀਂ ਬਜ਼ੁਰਗਾਂ ਦੇ ਨੇੜੇ ਰਹਾਂਗੇ, ਜਿੰਨਾ ਅਸੀਂ ਕੁਦਰਤ ਦੇ ਨੇੜੇ ਰਹਾਂਗੇ, ਉਹਨੇ ਇਨਸਾਨੀਅਤ ਦੇ ਨੇੜੇ ਰਹਾਂਗੇ। ਜੀ ਬਿਲਕੁਲ। ਕੁਦਰਤ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਬਿਲਕੁਲ। ਇੱਦਾਂ ਹੀ ਸਾਡੇ ਬਜ਼ੁਰਗ ਕੁਦਰਤ ਦਾ ਇੱਕ ਰੂਪ ਆ। ਉਹ ਜਿਹੜੀ ਦੇਖੋ, ਜਦੋਂ ਤੁਸੀਂ ਸੰਯੁਕਤ ਪਰਿਵਾਰ ਦੀ ਗੱਲ ਕੀਤੀ ਆ, ਪਰਿਵਾਰ ਦਾ ਇੱਕ ਹੈੱਡ ਹੁੰਦਾ ਸੀ ਤੇ ਉਹਦੀ ਹੀ ਸਾਰੇ ਗੱਲ ਮੰਨਦੇ ਸੀ, ਉਹਦੇ ਮੁਤਾਬਕ ਸਾਰਾ ਪਰਿਵਾਰ ਚੱਲਦਾ ਸੀ। ਲੇਕਿਨ ਅੱਜ ਸਾਰੇ ਹੈੱਡ ਵਾ, ਇੱਥੇ ਸਮੱਸਿਆ ਖੜੀ ਹੋ ਗਈ ਹੈ। ਤੇ ਹੁਣ ਜੋ ਲੋੜ ਆ, ਸਾਨੂੰ ਬਜ਼ੁਰਗਾਂ ਦੇ ਕੋਲ ਜਾਣਾ ਪੈਣਾ, ਚੰਗੀਆਂ ਕਿਤਾਬਾਂ ਕੋਲ ਜਾਣਾ ਪੈਣਾ, ਚੰਗੇ ਮੀਡੀਏ ਨੂੰ ਚੁਣਨਾ ਪੈਣਾ, ਤੇ ਫਿਰ ਜਾ ਕੇ ਬੱਚਿਆਂ ਨੂੰ ਅੱਗੇ ਤੋਰ ਹੋਣਾ ਆ। ਜਿਹੜੀਆਂ ਨੈਤਿਕਤਾ ਦਾ ਸੰਚਾਰ ਤੇ ਪ੍ਰਸਾਰ ਵਾ, ਉਹ 'ਚ ਸਕੂਲ ਦਾ ਬਹੁਤ ਵੱਡਾ ਯੋਗਦਾਨ ਆ, ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਆ, ਸਾਡੇ ਸਮਾਜ ਦਾ। ਦੇਖੋ, ਸਮਾਜ ਦੇ ਵਿੱਚ ਕੋਈ ਘਟਨਾ ਘਟਦੀ ਆ, ਬੱਚਾ ਟੀਵੀ ਤੇ ਦੇਖ ਰਿਹਾ ਜਾਂ ਅਖਬਾਰ 'ਚ ਪੜ੍ਹ ਰਿਹਾ, ਉਹਦੇ ਮਨ ਤੇ ਅਸਰ ਪੈ ਰਿਹਾ। ਹੁਣ ਉਹ ਗੱਲਾਂ ਉਹਦੇ ਮਨ ਨੂੰ
ਪ੍ਰਭਾਵਿਤ ਕਰ ਰਹੀਆਂ, ਅਸੀਂ ਉਹਨਾਂ ਦੇ ਪ੍ਰਭਾਵ ਨੂੰ ਪੋਜ਼ਿਟਿਵ ਕਰਨਾ। ਬਿਲਕੁਲ ਜੀ, ਪੋਜ਼ਿਟਿਵ ਤੇ ਕਰਨਾ, ਸਕਾਰਾਤਮਕ ਸੋਚ ਹੋਵੇਗੀ ਤਾਂ ਸਮਾਜ ਆਪੇ ਹੀ ਚੰਗਾ ਹੋਵੇਗਾ। ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਰਨਾ ਬਹੁਤ ਜ਼ਰੂਰੀ ਹੈ। ਇਸ ਵਿਸ਼ੇ ਦੇ ਸੰਦਰਭ ਲਈ ਹੋਰ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ, ਚਾਹੇ ਗਰਾਊਂਡ ਲੈਵਲ ਤੇ ਹੋਵੇ ਤੇ ਚਾਹੇ ਉੱਚੇ ਲੈਵਲ ਤੇ ਹੋਵੇ, ਕਿਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਇਸ ਵਿਸ਼ਿਆਂ ਸੰਬੰਧੀ? ਸਕੂਲ ਤੋਂ ਲੈ ਕੇ ਕਾਲਜਾਂ ਤੋਂ ਲੈ ਕੇ ਯੂਨੀਵਰਸਿਟੀਆਂ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਜਾਗਰੂਕਤਾ ਹੋਣੀ ਚਾਹੀਦੀ? ਦੇਖੋ, ਹਰ ਪੱਧਰ ਤੇ ਹਰ ਸਟੇਜ ਤੇ ਪਹਿਲਾਂ ਸਾਡਾ ਸਕੂਲ ਬਹੁਤ ਵੱਡਾ ਮੰਚ ਆ, ਸਕੂਲ ਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਇੱਦਾਂ ਦੀਆਂ ਜੀ। ਗੱਲ ਇਹ ਆ ਵੀ ਜੀਵਨ ਦੇ ਵਿੱਚ ਅਸੀਂ ਉਹਨਾਂ ਨੂੰ ਅਪਣਾਉਂਦੇ ਹਾਂ। ਅਸੀਂ ਨਾਟਕ ਕੀਤਾ, ਗੀਤ ਗਾਇਆ, ਕੋਰੀਓਗ੍ਰਾਫੀ ਕੀਤੀ, ਉਹਨੂੰ ਅਸੀਂ ਸਿਰਫ ਤੇ ਸਿਰਫ ਪੇਸ਼ਕਾਰੀ ਤੱਕ ਸੀਮਿਤ ਕਰ ਦਿੱਤਾ। ਪੇਸ਼ਕਾਰੀ ਦੇ ਵਿੱਚ ਕੀ ਸੀਗਾ, ਉਹਨੇ ਕਿਹਾ ਕੀ ਗਿਆ, ਉਹਨੂੰ ਅਸੀਂ ਆਪਣੇ ਮਨ 'ਚ ਵਸਾ ਕੇ ਜੀਵਨ 'ਚ ਤੋਰਨਾ। ਲੋੜ ਇਸ ਗੱਲ ਦੀ ਆ। ਜਿੰਨੇ ਵੀ ਸਮਾਜਿਕ ਤੌਰ ਤੇ ਮੰਚ ਬਣੇ ਹੋਏ ਨੇ, ਜਾਗਰਤੀ ਮੰਚ ਬਣੇ ਹੋਏ ਨੇ, ਕਲੱਬ ਬਣੇ ਹੋਏ ਨੇ, ਵੱਡੇ ਵੱਡੇ ਸਾਡੇ ਕੋਲ ਸੈਂਟਰ ਗੌਰਮੈਂਟ ਦਾ ਅਦਾਰਾ ਹੈ, ਨਹਿਰੂ ਯੁਵਾ ਕੇਂਦਰ ਅਦਾਰਾ ਹੈ, ਪੰਜਾਬ ਗੌਰਮੈਂਟ ਦਾ ਯੂਥ ਸਰਵਿਸਿਜ਼ ਡਿਪਾਰਟਮੈਂਟ ਵਾ। ਇਹ ਵੱਡੇ ਵੱਡੇ ਕੰਮ ਨੌਜਵਾਨਾਂ ਵਾਸਤੇ, ਬੱਚਿਆਂ ਵਾਸਤੇ ਕਰ ਸਕਦੇ। ਐਜੂਕੇਸ਼ਨ ਡਿਪਾਰਟਮੈਂਟ ਸਕੂਲਾਂ 'ਚ ਕੰਮ ਕਰ ਰਿਹਾ ਤੇ ਨੌਜਵਾਨਾਂ ਲਈ ਇਹ ਨਹਿਰੂ ਯੁਵਾ ਕੇਂਦਰ ਤੇ ਯੂਥ ਸਰਵਿਸਿਜ਼ ਪੰਜਾਬ ਕੰਮ ਕਰ ਰਿਹਾ। ਇਹਨਾਂ ਦਾ ਬੜਾ ਸਕੋਪ ਆ ਕਿਉਂਕਿ ਪਿੰਡਾਂ ਦੇ ਵਿੱਚ ਇਹਨਾਂ ਦੇ ਕਲੱਬ ਹੈਗੇ ਆ। ਉਹ ਕਲੱਬਾਂ ਦੇ ਨਾਲ ਜੁੜ ਕੇ ਪਿੰਡਾਂ ਦੇ ਵਿੱਚ ਡਰਾਮੇ, ਸਭਾਵਾਂ, ਵਿਚਾਰ ਚਰਚਾ, ਇੱਦਾਂ ਦੇ ਅਨੇਕਾਂ ਪ੍ਰੋਗਰਾਮ ਲਿਖ ਕੇ ਜਾ ਸਕਦੇ ਆ ਜਿਨ੍ਹਾਂ ਵਿੱਚ ਬੱਚੇ ਭਾਗ ਲੈਣ ਔਰ ਬੱਚਿਆਂ ਦੇ ਜੀਵਨ, ਜਿਹੜੇ ਬੱਚੇ ਉਹਨਾਂ ਦੇ ਅਧਿਆਪਕਾਂ ਤੋਂ, ਸਕੂਲਾਂ ਦੇ ਮੁਖੀਆਂ ਤੋਂ ਆਪਾਂ ਜਾਣਕਾਰੀ ਲਈਏ ਬਈ ਭਾਈ ਤੁਹਾਡੇ ਸਕੂਲ 'ਚੋਂ ਤੁਸੀਂ ਮੰਨ ਲਓ ਇੱਕ ਬਲਾਕ 'ਚ ਅਸੀਂ 100 ਸਕੂਲ ਹੈਗਾ, 100 ਸਕੂਲ ਦਾ 100 ਬੱਚਾ ਲੈਣਾ ਆਪਾਂ, ਬਈ ਤੁਸੀਂ ਸਕੂਲ ਹੈੱਡ ਦੇਣਗੇ ਇੱਕ ਬੱਚਾ ਚੁਣ ਕੇ, ਉਹਨਾਂ ਬੱਚਿਆਂ ਦਾ ਇੱਕ ਕੈਂਪ ਲਾਇਆ ਜਾਵੇ। ਉਹਨਾਂ ਬੱਚਿਆਂ ਨੂੰ ਅੱਗੇ ਤੋਰਨ ਲਈ ਉਹਨਾਂ ਨੂੰ ਨੁਮਾਇੰਦੇ ਬਣਾ ਕੇ, ਯੂਥ ਆਗੂ ਬਣਾ ਕੇ ਜਾਂ ਬਾਲ ਆਗੂ ਬਣਾ ਕੇ ਹੋਰ ਸਕੂਲਾਂ 'ਚ ਭੇਜਿਆ ਜਾਵੇ ਤਾਂ ਕਿ ਉਹ ਇਹਨਾਂ ਗੱਲਾਂ ਨੂੰ ਅੱਗੇ ਤੋਰਨ। ਨਾਲੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ, ਨਾਲੇ ਵੱਖ-ਵੱਖ ਸੱਭਿਅਤਾਵਾਂ ਦਾ ਵੀ ਪਤਾ ਲੱਗਦਾ ਹੈ, ਸੱਭਿਆਚਾਰ ਦਾ ਵੀ ਨਾਲੇ ਪ੍ਰਸਾਰ ਹੁੰਦਾ ਹੈ, ਹੈ ਨਾ ਜੀ। ਤੇ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਿਵੇਂ ਕੀਤਾ ਜਾਏ, ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕੀਤੀ, ਮਾਪਿਆਂ ਦੇ ਰੋਲ ਦੀ ਗੱਲਬਾਤ ਕੀਤੀ, ਅਧਿਆਪਕਾਂ ਦੀ ਗੱਲਬਾਤ ਹੋਈ, ਸਮਾਜ ਦੀ ਗੱਲਬਾਤ ਹੋਈ ਜੀ। ਬਲਜਿੰਦਰ ਮਾਨ ਜੀ, ਫਿਰ ਵੀ ਜਾਂਦੇ ਜਾਂਦੇ ਅਸੀਂ ਚਾਹੁੰਦੇ ਹਾਂ ਕਿ ਕੋਈ ਸੁਨੇਹਾ ਦਿਓ ਕਿ ਸਮਾਜ ਚੰਗਾ ਬਣੇ। ਸ਼ੁਕਰਗੁਜ਼ਾਰ ਜੀ। ਦੇਖੋ, ਜਿਵੇਂ ਕਿ ਪਹਿਲਾਂ ਆਪਾਂ ਗੱਲਾਂ ਕੀਤੀਆਂ ਆ, ਸਮਾਜ ਨੂੰ ਚੰਗਾ ਬਣਾਉਣ ਲਈ ਮੈਂ ਲੋਕਾਂ ਨੂੰ ਕਹਿੰਦਾ ਫਿਰਾਂ ਚੰਗੇ ਬਣੋ, ਮੈਂ ਚੰਗਾ ਬਣਾ ਜੀ, ਮੇਰੇ ਤੋਂ ਸ਼ੁਰੂ ਹੋਣੀ ਗੱਲ ਜੀ। ਸੋ ਚੰਗਾ ਬਣਾਉਣ ਲਈ ਕਹਿਣ ਦੀ ਲੋੜ ਨਹੀਂ, ਕਰਨ ਦੀ ਲੋੜ ਆ। ਜਿੱਥੇ ਵੀ ਕੋਈ ਬੈਠਾ, ਮੈਂ ਖੁਦ ਕੋਸ਼ਿਸ਼ ਕਰਦਾ ਵੀ ਮੈਂ ਚੰਗੀਆਂ ਗੱਲਾਂ ਕਰਾਂ, ਚੰਗੇ ਮੈਸੇਜ ਦੇਵਾਂ ਜੀ। ਬਿਲਕੁਲ, ਚੰਗੇ ਸਮਾਜ ਦੇ ਵਿੱਚ ਚੰਗੀ ਗੱਲ ਕੀਤੀ ਜਾਵੇ, ਉਹਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਜੀ। ਜਦੋਂ ਅਸੀਂ ਚੰਗੇ ਖੁਦ ਬਣਾਂਗੇ, ਸਾਡਾ ਆਲਾ ਦੁਆਲਾ ਆਪਣੇ ਆਪ ਚੰਗਾ ਬਣਦਾ ਜਾਏਗਾ ਜੀ। ਜੇ ਇੱਕ ਬੰਦਾ ਚੰਗਾ ਬਣੇਗਾ ਤਾਂ ਇੱਕ ਪਰਿਵਾਰ ਚੰਗਾ ਬਣ ਜਾਏਗਾ, ਇੱਕ ਪਰਿਵਾਰ ਚੰਗਾ ਬਣੇਗਾ ਤਾਂ ਗੁਆਂਢ ਚੰਗਾ ਬਣ ਜਾਏਗਾ, ਗੁਆਂਢ ਚੰਗਾ ਬਣੂਗਾ ਇੱਕ ਪਿੰਡ ਚੰਗਾ ਬਣ ਜਾਏਗਾ। ਇੱਦਾਂ ਹੀ ਸਾਡਾ ਵਾਧਾ ਹੁੰਦਾ ਜਾਏਗਾ। ਸੋ ਮੈਂ ਤਾਂ ਇਹੀ ਬੇਨਤੀ ਕਰਾਂਗਾ ਵੀ ਸਾਰਿਆਂ ਨੂੰ, ਖਾਸ ਤੌਰ 'ਤੇ ਬੱਚਿਆਂ ਦੇ, ਉਹਨਾਂ ਦੇ ਮਾਪਿਆਂ ਨੂੰ ਤੇ ਅਧਿਆਪਕਾਂ ਨੂੰ, ਵੀ ਬੱਚਿਆਂ ਨੂੰ ਉਚੇਰੀਆਂ ਕਦਰਾਂ ਕੀਮਤਾਂ ਨਾਲ ਜੋੜੋ, ਪਹਿਲਾਂ ਖੁਦ ਜੋੜੋ। ਬਿਲਕੁਲ। ਫਿਰ ਉਹ ਜੋ ਪੜ੍ਹਦੇ ਸੁਣਦੇ ਆ, ਚੰਗੀਆਂ ਕਿਤਾਬਾਂ ਦੇਵੋ, ਚੰਗੇ ਰਸਾਲੇ ਦੇਵੋ, ਕਿਉਂਕਿ ਨਰੋਈਆਂ ਕਦਰਾਂ ਕੀਮਤਾਂ, ਨਰੋਈ ਸੋਚ ਹੋਵੇ ਉਹਨਾਂ ਦੀ, ਨਿੱਘਰ ਸੋਚ ਹੋਵੇ, ਜਿਹਦੇ ਨਾਲ ਉਹ ਆਦਰਸ਼ ਇਨਸਾਨ ਬਣ, ਆਦਰਸ਼ ਨਾਗਰਿਕ ਬਣ। ਬਿਲਕੁਲ ਜੀ। ਆਓ ਦੋਸਤੋ, ਆਪਾਂ ਰਲ ਕੇ ਇੱਕ ਐਸਾ ਸਮਾਜ ਸਿਰਜੀਏ ਜਿਸ ਵਿੱਚ ਮੁਹੱਬਤ ਹੋਵੇ, ਜਿਸ ਵਿੱਚ ਸਾਂਝ ਹੋਵੇ, ਜਿਸ ਵਿੱਚ ਪਿਆਰ ਹੋਵੇ ਤੇ ਜਿਸ ਵਿੱਚ ਨੈਤਿਕ ਕਦਰਾਂ ਕੀਮਤਾਂ ਹੋਣ, ਤਾਂ ਜੋ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਈਆਂ ਜਾਣ, ਬੱਚਿਆਂ ਦਾ ਬਚਪਨ ਵਧੀਆ ਨਿਕਲੇ, ਫਿਰ ਜਵਾਨੀ ਵਧੀਆ ਨਿਕਲੇ ਤੇ ਫਿਰ ਅਗਲੇਰੀ ਦੌਰ ਦੇ ਵਿੱਚ ਉਹ ਵੀ ਕਹਿਣ ਕਿ ਅਸੀਂ ਜ਼ਿੰਦਗੀ ਦਾ ਆਨੰਦ ਮਾਣਿਆ ਹੈ। ਮਾਨ ਸਾਹਿਬ, ਤੁਸੀਂ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ। ਜਵਾਨੀ ਮਸਤਾਨੀ ਬਈ, ਕਹਿੰਦੇ ਹੁੰਦੀ ਆ ਜਵਾਨੀ ਮਸਤਾਨੀ ਬਈ, ਇਹ ਤਾਂ ਖਤਰੇ ਦੀ ਪੱਕੀ ਹੈ ਨਿਸ਼ਾਨੀ ਬਈ, ਇਹ ਤਾਂ ਖਤਰੇ ਦੀ ਪੱਕੀ ਹੈ ਨਿਸ਼ਾਨੀ ਬਈ, ਜਿੱਦਾਂ ਬਿਜਲੀ ਅਰਸ਼ ਦੀ ਕੜ ਕੇ ਉਹ ਕੰਮ